ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਤਪੱਸਿਆ ਕਰ ਰਹੀ ਗੁਰੂ ਰੂਪ ਸਾਧ ਸੰਗਤ ਜੀਓ, ਭਾਗਾਂ ਭਰਿਆ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਓ ਇਸ ਸਮੇਂ ਦਾ ਪੂਰਨ ਲਾਭ ਪ੍ਰਾਪਤ ਕਰੀਏ। बेशक अंतां दी गर्मी है, टेक्निकल प्रॉब्लम है, पर फिर भी आप जी सतगुरां दे चरनां विच चौंकड़ा ला के बैठे हो। भावे के साडे वाले पखे चलदे भी है, पर चलाए इस करके नहीं तुसी गर्मी विच होवो ते असीं मौजां माणीए, ये भी चंगा नहीं लगदा। चलो अज सवाब है सतगुरां ने बख्शिया है, शरीर चो पसीना बह जे चंगा ही है। एकाग्रता तां बननी है जे असीं भी तुहाडे बराबर होईए। इसलिए कीता है भी किते बैठे कई जम आप मौजा ना पखे लाई बैठे साडे बंद कराई, क्योंकि मैनूं पता है वैल विशर बहुत ने अपने सिफतां दे पुल पिठ पिछों बहुत बन्ने जाते हैं। चलो फिर भी कोई गल नहीं, आओ सतगुरां दे प्यार विच जुड़िए। कल दे दीवाना विच आप जी ने सरवण कीता सी गुरु नानक साहिब सच्चे पातशाह, जिन्हां ने अपने माता पिता नूं ज्ञान दी दात बख्शिश कीती है, माता जी नूं संतोख, पिता जी नूं निर्माणता बख्शी है। आज सुभाव के अमृत वेले गुरु नानक साहब महाराज जागे ने, इशनान करने वास्ते सतगुरु जी स्वखते निकले। जेड़े भी खूह ते जाते आ, जो खूह दे डोल बंद ने, 2-3 खूहां तो खाली मुड़ना पिया। आखिरकार सुभाविक वचन कह रहे ने, किहो जा पिंड है जिथे कोई तालाब भी नहीं है, तड़ाग भी नहीं है। सतगुरां दे ये बचन राय बुलार साहब जी के कन्नां विच पै गए। मन च बड़ी खुशी हुई, गुरु पातशाह ने मैनू बिना मंगिया सेवा दे दी। क्यों ना सतगुरां दी जाण तो पहला मैं इस नगर विच पक्का तलाब सरोवर ला दिया। सवेरे उठण सारे प्रण कीता है, परपक कर लिया। इतों तक आप जी ने पावन कथा का आनंद माणिया। आओ कुछ समा मन चित व्यक्तियों को एकाग्र चित बनाइए। पाओ प्रेम की सांझ, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। नानक नाम सरोवर लाभो, उठत भोर यह मन आना। जानत भा निज को किरतार्थ, लाए तड़ागर दे बिगसाना। जिस वेले राय बुलार जियां ने गुरु नानक साहब जी की मुबारक रसना तो ये बचन सुने, क्योंकि उस वेले सतगुरु जी उन्हां दे हवेली दी दहलीज तो लंघ रहे ने। आखण लगे वालिया किहो जा पिंड है अपना, जिथे कोई सरोवर नहीं, कोई तालाब नहीं, खूहां दा की है, कदे चलदे भी हुंदे कदे बंद भी हुंदे।
ਰਾਏ ਬੁਲਾਰ ਜੀ ਨੇ ਸਤਿਗੁਰਾਂ ਦੀ ਆਵਾਜ਼ ਪਛਾਣੀ ਹੈ। ਸੁਣ ਕੇ ਬੜੀ ਖੁਸ਼ੀ ਹੋਈ ਵੀ ਅੱਜ ਸਵੇਰ ਹੁੰਦਿਆਂ ਹੀ ਇਹ ਕਾਰਜ ਫਤਿਹ ਕਰਨਾ। ਉਹ ਇੱਕ ਰਾਜਾ ਹੈ। ਰਾਜਿਆਂ ਦੇ ਵਾਸਤੇ ਇਹ ਕੰਮ ਕੋਈ ਬਹੁਤ ਵੱਡੇ ਨਹੀਂ ਹੁੰਦੇ। ਪੁਰਾਣੇ ਸਮੇਂ ਦੇ ਰਾਜੇ ਮਹਾਰਾਜੇ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਇੱਕ ਬਿਲਡਿੰਗ ਉਸਾਰ ਦਿੰਦੇ ਸੀ। ਇੰਨੇ ਲੋਕ ਲੱਗ ਜਾਂਦੇ ਸੀ। ਅੱਜ ਵੀ ਬੜੇ ਹੈਰੀਟੇਜ ਇਦਾਂ ਦੇ ਨੇ ਸਾਡੀ ਇਸ ਧਰਤੀ ਤੇ, ਜੋ ਅਸੀਂ ਬਲੀਵ ਨਹੀਂ ਕਰ ਸਕਦੇ ਵੀ ਇਹ ਮਕਾਨ, ਇਹ ਮਹਿਲ ਇੱਕ ਦਿਨ 'ਚ ਬਣਿਆ ਹੋਇਆ ਦਿਨ ਰਾਤ। ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬਹੁਤ ਵੱਡੀ ਇੱਕ ਮਜ਼ਾਰ ਹੈ, 3 ਮੰਜ਼ਲੀ ਮਹਿਲ ਹੈ। ਰਾਤ ਦੇ 12 ਘੰਟਿਆਂ ਵਿੱਚ ਨੀਹਾਂ ਤੋਂ ਲੈ ਕੇ ਗੁੰਬਦ ਤੱਕ ਸਾਰਾ ਕੁਝ ਹੀ ਬਣ ਗਿਆ। ਇਹ ਰਾਜੇ ਮਹਾਰਾਜਿਆਂ ਦੀ ਮੈਨ ਪਾਵਰ ਸੀ ਉਸ ਵੇਲੇ। ਰਾਏ ਬੁਲਾਰ ਜੀ ਨੇ ਸੋਚਿਆ ਕਿਉਂ ਨਾ 1-2 ਦਿਨਾਂ ਦੇ ਵਿੱਚ ਮੈਂ ਇਹ ਸਰੋਵਰ ਤਿਆਰ ਕਰਦੇ ਆ ਤੇ ਪਾਣੀ ਨਾਲ ਭਰਦੇ ਆ, ਤਾਂ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਗਰ ਛੱਡਣ ਤੋਂ ਪਹਿਲਾਂ ਇੱਥੇ ਝੁੱਬੀ ਲਾ ਲੈਣਾ। ਸੋ ਖੁਨ ਵਾਈ ਤਹਾਂ ਝਕਤੀ, ਦਿਨ ਈਖਦ ਮੈਂ ਕਰ ਤਿਆਰ ਸੁਜਾਨਾ। ਦਿਨ ਚੜਿਆ, ਆਪਣੀ ਸਭਾ ਦੇ ਵਿੱਚ ਮੰਤਰੀਆਂ ਸੰਤਰੀਆਂ ਸੇਵਾਦਾਰਾਂ ਨੂੰ ਸੱਦਿਆ ਤੇ ਹੁਕਮ ਕਰ ਦਿੱਤਾ। ਰਾਜੇ ਨੇ ਕਿਹੜਾ ਪਰਮਿਸ਼ਨ ਲੈਣੀ ਕਿਸੇ ਤੋਂ। ਨਾਲ ਦੀ ਨਾਲ ਕੰਮ ਵੱਡੇ ਪੱਧਰ ਤੇ, ਜੰਗੀ ਪੱਧਰ ਤੇ ਸ਼ੁਰੂ ਹੋਇਆ। ਸਾਰਾ ਪਿੰਡਾਂ ਦੇ ਪਿੰਡ ਮਿੱਟੀ ਦੀ ਖੁਦਾਈ ਤੇ ਲੱਗੇ ਨੇ। ਕਹਿੰਦੇ ਸਰੋਵਰ, ਤਲਾਬ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ। ਆਖਰਕਾਰ 1-2 ਦਿਨਾਂ ਦੀ ਮੁਸ਼ੱਕਤ ਕਰਕੇ ਉਹ ਤਲਾਬ ਤਿਆਰ ਕੀਤਾ। ਬੜੀਆਂ ਸੋਹਣੀਆਂ ਪੌੜੀਆਂ ਆਸੇ-ਪਾਸੇ ਪੱਕੀਆਂ ਕਰਵਾਈਆਂ। ਉਹਦੇ ਵਿੱਚ ਪਾਣੀ ਛੱਡਿਆ ਗਿਆ ਏ। ਹੈ ਅਬਲੋਂ ਅਸਨਾਨ ਪਨੀਤ, ਕਰੇ ਤੇ ਥਾਂ ਤਹੀਂ ਪਾਪ ਪਰਾਨਾ। ਬੇਸ਼ੱਕ ਰਾਏ ਬੁਲਾਰ ਜੀ ਨੇ ਇਸ ਸਰੋਵਰ ਦਾ ਨਾਮ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਉੱਤੇ ਰੱਖਿਆ ਹੈ, ਪਰ ਗੁਰੂ ਬਾਬਾ ਜੀ ਨੇ ਆਖਿਆ ਇਹ ਸਰੋਵਰ ਸਾਡਾ ਨਹੀਂ, ਰਾਏ ਬੁਲਾਰ ਸਾਹਿਬ ਦਾ ਹੈ, ਇਹਨਾਂ ਦੇ ਨਾਮ ਤੇ ਹੈ। ਅੱਜ ਵੀ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਉਹ ਸਰੋਵਰ ਮੌਜੂਦ ਹੈ। ਕਵੀ ਲਿਖਦੇ ਆ, ਕਹਿੰਦੇ ਸੰਗਤਾਂ ਇਸ਼ਨਾਨ ਕਰਦੀਆਂ ਨੇ, ਲੱਖਾਂ ਪਾਪ ਕੱਟੇ ਜਾਂਦੇ ਆ। ਕੱਟੇ ਉਦੋਂ ਜਾਂਦੇ ਜਦੋਂ ਸ਼ਰਧਾ ਹੋਵੇ। ਬਿਨਾਂ ਸ਼ਰਧਾ ਤੋਂ ਅਸੀਂ ਕਿੰਨੀ ਵਾਰ ਅੰਮ੍ਰਿਤਸਰ ਸਾਹਿਬ ਸਰੋਵਰ 'ਚ ਇਸ਼ਨਾਨ ਕੀਤਾ, ਹਜ਼ਾਰਾਂ ਵਾਰ, ਗਿਣਤੀ ਕੋਈ ਨਹੀਂ। ਕਿੰਨੀ ਵਾਰ ਗੋਇੰਦਵਾਲ ਸਾਹਿਬ ਦੀਆਂ 84 ਪੌੜੀਆਂ ਵਿੱਚ ਆਪਾਂ 84 ਜਪਜੀ ਦੇ ਜਾਪ ਕਰ ਲਏ। ਪਤਾ ਨਹੀਂ ਸਾਡੀ 84 ਕੱਟੀ ਜਾਣੀ, ਪਰ ਕੱਟੀ ਉਦੋਂ ਜਾਏਗੀ ਜਿੱਦਣ ਸ਼ਰਧਾ ਹੋਏਗੀ, ਅਕੀਦਾ ਹੋਏਗਾ। ਅੱਜ ਵੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਸਰੋਵਰ 'ਚ ਚੁੱਭੀ ਲਾਇਆ, ਲੱਖਾਂ ਦੇ ਰੋਗ ਠੀਕ ਹੋ ਜਾਂਦੇ ਆ, ਪਰ ਲੱਖਾਂ ਉਹ ਵੀ ਤੁਰੇ ਫਿਰਦੇ ਜਿਨ੍ਹਾਂ ਨੂੰ ਫਰਕ ਹੀ ਕੋਈ ਨਹੀਂ ਪਿਆ। ਗੱਲ ਸ਼ਰਧਾ ਦੀ। ਕਵੀ ਜੀ ਆਖਦੇ, ਕਹਿੰਦੇ ਅੱਜ ਵੀ ਉਸ ਪਾਵਨ ਸਰੋਵਰ ਤੇ ਜਦ ਕੋਈ ਪ੍ਰੇਮ ਦੀ ਚੁੱਭੀ ਲਾਉਂਦਾ ਹੈ, ਤਨ ਮਨ ਦੇ ਰੋਗ ਕੱਟੇ ਜਾਂਦੇ ਨੇ। ਦੋਹਰਾ ਮੁਝ ਕੋ ਲਿਓ ਬਲਾਏ ਤਬ, ਕਰਵਾਇਓ ਇਸ਼ਨਾਨ, ਆਲੇ ਮਿਲ ਕਰ ਸਤਿਗੁਰੂ, ਕੀਨੋ ਪੁਨ ਪ੍ਰਸਥਾਨ। ਭਾਈ ਬਾਲਾ ਜੀ ਆਖਦੇ, ਕਹਿੰਦੇ ਤੀਜਾ ਚੌਥਾ ਦਿਨ ਹੋਇਆ ਜਦੋਂ ਸਰੋਵਰ ਹੋ ਗਿਆ ਤਿਆਰ। ਰਾਏ ਬੁਲਾਰ ਸਾਹਿਬ ਜੀ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਸੇਵਾ ਆਪ ਹੀ ਲੈ ਲਈ। ਜਿਸ ਦਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਬੇਚਾਰਾ ਰਾਮ। ਇਹਨੂੰ ਕਹਿੰਦੇ ਆ, ਇਹ ਹੈ ਵਡੱਪਣ। ਸੇਵਾ ਕਰਕੇ ਗੁਰੂ ਦਾ ਵਡੱਪਣ ਰੱਖਣਾ ਵੀ ਗੁਰੂ ਸਾਹਿਬ ਨੇ ਆਪ ਕਰਾਈ ਹੈ। ਇਹ ਸੇਵਾ ਸੱਚੇ ਪਾਤਸ਼ਾਹ ਨੇ ਆਪ ਲਈ, ਅਸੀਂ ਤੇ ਰੁਲਦੇ ਫਿਰਦੇ ਆ। ਇਹ ਭਾਵਨਾ ਜਿੱਦਣ ਜਾਗ ਪਈ ਉਦਣ ਸਿੱਖੀ ਬੜੀ ਮਹਾਨ ਸਾਡੇ ਜੀਵਨ ਦੀ ਹੋਏਗੀ। ਰਾਏ ਬੁਲਾਰ ਸਾਹਿਬ ਇੱਕ ਅਨੰਨ ਸਿੱਖ ਨੇ, ਅਜੀਜ਼ ਪਿਆਰੇ ਸਿੱਖ ਨੇ ਗੁਰੂ ਨਾਨਕ ਸਾਹਿਬ ਨੇ। ਅਰਦਾਸ ਕੀਤੀ, ਬਾਦਸ਼ਾਹ ਆਪ ਜੀ ਦੇ ਵਾਸਤੇ ਸਰੋਵਰ ਤਿਆਰ ਹੈ। ਭਾਈ ਬਾਲਾ ਜੀ ਕਹਿੰਦੇ ਅੰਮ੍ਰਿਤ ਵੇਲੇ ਦਾ ਸਮਾਂ ਸੀ। ਮੈਨੂੰ ਮਰਦ ਨੇ ਕਿਹਾ, ਬਾਲਿਆ ਸਵਖਤੇ ਆ ਜਾਈ ਭਾਈ। ਕਹਿੰਦੇ ਮੈਂ ਸਵੇਰ 2:30 ਵਜੇ ਉੱਠ ਕੇ ਸਤਿਗੁਰਾਂ ਦੇ ਘਰ ਪਹੁੰਚਿਆ। ਆਵਾਜ਼ ਮਾਰੀ, ਪਾਤਸ਼ਾਹ ਮੈਂ ਹਾਜ਼ਰ ਹਾਂ ਸੇਵਕ ਤੁਹਾਡਾ। ਗੁਰੂ ਨਾਨਕ ਸਾਹਿਬ ਮਹਾਰਾਜ ਮੈਨੂੰ ਨਾਲ ਲੈ ਕੇ ਕਹਿੰਦੇ ਉਹ ਸਰੋਵਰ ਤੇ ਆਏ ਜਿੱਥੇ ਸਰੋਵਰ ਰਾਏ ਬੁਲਾਰ ਸਾਹਿਬ ਜੀ ਨੇ ਆਪ ਬਣਾਇਆ ਹੋਇਆ। ਉਹ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਖੜੇ ਸੀ। ਗੁਰੂ ਬਾਬਾ ਜੀ ਆਏ, ਚੁੱਭੀ ਲਾਈ, ਇਸ਼ਨਾਨ ਕੀਤਾ ਤੇ ਕੁਛ ਵਰ ਦਿੱਤੇ।
ਕੁਝ ਬਚਨ ਆਖੇ ਆ। ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਜੀ ਸਰੋਵਰ ਆਪ ਜੀ ਦਾ, ਸਤਿਗੁਰ ਕਹਿੰਦੇ ਨਹੀਂ, ਇਹ ਮਨੁੱਖਤਾ ਦਾ ਹੈ। ਰਾਏ ਬੁਲਾਰ ਸਾਹਿਬ ਤੁਹਾਡਾ ਹੈ। ਜਿੰਨੇ ਵੀ ਸਰੋਵਰ ਧਾਰਮਿਕ ਅਸਥਾਨ ਨੇ ਇਹ ਸੰਗਤ ਦੇ ਸਾਂਝੇ ਆ, ਇਹ ਮਨੁੱਖਤਾ ਦੇ ਲਈ ਨੇ। ਅੱਜ ਵੀ ਮਨੁੱਖਤਾ ਉਹਨਾਂ ਸਰੋਵਰਾਂ ਤੇ ਇਸ਼ਨਾਨ ਕਰਦੀ ਹੈ, ਉਹਨਾਂ ਪਾਵਨ ਅਸਥਾਨਾਂ ਤੇ ਸੰਗਤਾਂ ਜਾ ਕੇ ਭੋਜਨ ਛਕਦੀਆਂ ਨੇ, ਕਿਉਂਕਿ ਉਹ ਲੰਗਰ ਵੀ ਗੁਰੂ ਦੇ ਆ, ਪੰਗਤ ਵੀ ਗੁਰੂ ਦੀ ਹੈ, ਸੰਗਤ ਵੀ ਗੁਰੂ ਦੀ। ਜਦੋਂ ਮਹਾਰਾਜ ਨੇ ਵਚਨ ਕੀਤੇ, ਰਾਏ ਬੁਲਾਰ ਜੀ ਨੇ ਚਰਨੀ ਮੱਥਾ ਟੇਕਿਆ। ਸਤਿਗੁਰ ਜੀ ਭਾਈ ਬਾਲਾ ਜੀ ਨੂੰ ਲੈ ਕੇ ਘਰ ਵਾਪਸ ਆ ਗਏ। ਹੁਕਮ ਕੀਤਾ, ਬਾਲਿਆ ਅੱਜ ਸਵੇਰ ਹੁੰਦਿਆਂ ਭਾਵ ਜੋ ਅਗਲੀ ਸਵੇਰ ਹੈ, ਆਪਾਂ ਇੱਥੇ ਇਸ਼ਨਾਨ ਕਰਕੇ ਚਾਲਾ ਮਾਰ ਦੇਣਾ, ਭਾਵ ਇੱਥੋਂ ਚੱਲਣਾ। ਜੇ ਗੁਰੂ ਸਾਹਿਬ 2 ਦਿਨ ਰੁਕੇ ਆ, ਜਾਣਦੇ ਸੀ ਰਾਏ ਬੁਲਾਰ ਸਾਹਿਬ ਜੀ ਦੇ ਮਨ ਦੀ ਇੱਛਾ। ਉਹਨਾਂ ਕਿਹਾ ਸੀ ਨਾ ਸਭਾ ਦੇ ਵਿੱਚ, ਸਤਿਗੁਰੂ ਮੈਨੂੰ ਕੋਈ ਸੇਵਾ ਦੇ ਦਿਓ। ਮਹਾਰਾਜ ਕਹਿੰਦੇ ਨਹੀਂ, ਤੂੰ ਸਾਡੇ ਨਾਲ ਹੈ, ਤੈਨੂੰ ਸੇਵਾ ਦੀ ਕੀ ਲੋੜ ਹੈ। ਪਰ ਯਾਰ ਉਸ ਪਿਆਰੇ ਸੱਜਣ ਨੂੰ ਸੱਚੇ ਪਾਤਸ਼ਾਹ ਨੇ ਆਪ ਸੇਵਾ ਬਖਸ਼ ਦਿੱਤੀ। ਇਹ ਤੇ ਇਸ਼ਾਰਾ ਹੁੰਦਾ ਸਮਝਦਾਰ ਨੂੰ। ਸਾਨੂੰ ਤੇ ਕਿਹਾ ਵੀ ਕੋਈ ਕਹਦੇ ਸੇਵਾ ਕਰ ਲੋ ਤਾਂ ਨਹੀਂ ਕਰਦੇ, ਪਰ ਜਿਨ੍ਹਾਂ ਦੇ ਭਾਗ ਜਾਗੇ ਆ ਉਹ ਪਹਿਲਾਂ ਵੇਖਦੇ ਆ ਸੇਵਾ ਕਿਹੜੀ ਹੈ। ਗੁਰਬਾਣੀ ਸੇਵਾ ਕਿਸ ਨੂੰ ਆਖਦੀ ਹੈ। ਪਹਿਲਾਂ ਸੇਵਾ ਦੇ ਪਰਥਾਏ ਪੜ੍ਹੀਏ, ਸੇਵਾ ਬਾਰੇ ਜਾਣੀਏ, ਸੇਵਾ ਦਾ ਕਨਸੈਪਟ ਕੀ ਗੁਰੂ ਨਾਨਕ ਦੇ ਘਰ ਚ, ਤੇ ਫਿਰ ਉਸ ਸੇਵਾ ਨੂੰ ਤਨ ਲਾ ਕੇ, ਮਨ ਲਾ ਕੇ, ਧਨ ਲਾ ਕੇ ਕਰੀਏ। ਤੇ ਰਾਏ ਬੁਲਾਰ ਸਾਹਿਬ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ। ਕਹਿੰਦੇ ਅਗਲਾ ਦਿਨ ਹੋਇਆ, ਭਾਈ ਬਾਲਾ ਜੀ ਆਖਦੇ ਮੈਂ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾਗਿਆ, ਇਸ਼ਨਾਨ ਕੀਤਾ, ਸਤਿਗੁਰਾਂ ਦੇ ਵਿਹੜੇ ਪੁੱਜ ਗਿਆ। ਸਵਈਆ ਦੋਏ ਮਹੂਰਤ ਜਾਮਨ ਤੇ, ਗੁਰੂ ਨਾਨਕ ਜੀ ਤਬ ਕੀਨ ਪਿਆਨਾ। ਇਹਨੇ ਨੂੰ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਘਰ ਆ ਗਏ। ਅੱਜ ਡਰ ਕਿਉਂ ਨਹੀਂ? ਕਿਉਂਕਿ ਹੁਣ ਪਿਤਾ ਜੀ ਉਹ ਨਹੀਂ ਰਹੇ ਜਿਵੇਂ ਪਹਿਲਾਂ ਬੋਲਦੇ ਸੀ ਨਾ। ਡਰਦਾ ਕੋਈ ਘਰ ਆਉਂਦਾ ਹੀ ਨਹੀਂ ਸੀ। ਮਾਤਾ ਜੀ ਨੂੰ ਵੀ ਪਤਾ ਹੈ, ਪਿਤਾ ਜੀ ਨੂੰ ਵੀ ਪਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉੱਠੇ, ਕਹਿੰਦੇ ਦੋਏ ਮਹੂਰਤ ਨਾਮ ਹੈ ਘੜੀਆਂ ਦਾ, ਭਾਵ ਸਵੇਰੇ 4:45 ਵਜੇ ਦਾ ਸਮਾਂ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਤੀਰਥ ਯਾਤਰਾ ਤੇ ਚੱਲੇ ਨੇ ਸੰਸਾਰ ਨੂੰ ਤਾਰਨ ਵਾਸਤੇ। ਕਿਉਂਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਤਾਂ ਉਹ ਥਾਂ ਹੀ ਤੀਰਥ ਹੈ। ਬੜੇ ਤੀਰਥ ਹੋਣਗੇ ਸਨਾਤਨ ਮਤ ਹਿੰਦੂਆਂ ਦੇ, ਮੁਸਲਮਾਨਾਂ ਦੇ, ਜਿੱਥੇ ਜਿੱਥੇ ਪਾਤਸ਼ਾਹ ਨੇ ਜਾਣਾ। ਭਾਈ ਬਾਲਾ ਤੇ ਮਰਦਾਨਾ ਸਤਿਗੁਰਾਂ ਦੇ ਘਰੇ ਆਏ। ਮਹਾਰਾਜ ਨੇ ਮਾਤਾ ਜੀ ਨੂੰ ਮੱਥਾ ਟੇਕਿਆ, ਪਿਤਾ ਜੀ ਨੂੰ ਟੇਕਿਆ, ਉਹਨਾਂ ਕੁਝ ਵੀ ਨਹੀਂ ਗਿਆ, ਸਿਰ ਤੇ ਹੱਥ ਰੱਖਿਆ। ਕਹਿੰਦੇ ਚੱਲ ਮਰਦਾਨਿਆਂ ਚੱਲੀਏ। ਕਹਿੰਦੇ ਬਾਬਾ ਤੁਸੀਂ ਅੱਗੇ ਜਾਣਾ ਹੈ, ਅਸਾਂ ਤੁਹਾਡੇ ਪਿੱਛੇ ਪਿੱਛੇ ਚੱਲਣਾ ਹੈ। ਗੁਰੂ ਬਾਬਾ ਜੀ ਅੰਮ੍ਰਿਤ ਵੇਲੇ ਆਪਣੇ ਨਗਰੋਂ ਚੱਲੇ ਆ। ਇੱਕ ਦੋ ਵਸਤਰ ਭਾਈ ਬਾਲਾ ਤੇ ਮਰਦਾਨਾ ਜੀ ਨੇ ਆਪਣੇ ਨਾਲ ਲਏ ਨੇ। ਬਸ ਇੱਕ ਵਸਤਰਾਂ ਦਾ ਜੋੜਾ ਗੁਰੂ ਨਾਨਕ ਸਾਹਿਬ ਜੀ ਕੋਲ ਹੈ। ਇਹ ਧੋ ਲਏ, ਦੂਜੇ ਪਾ ਲੈਣੇ। ਫਕੀਰਾਂ ਸਾਧੂਆਂ ਦੀ ਜ਼ਿੰਦਗੀ ਤੇ ਐਸੀ ਹੁੰਦੀ ਹੈ। ਸਤਿਗੁਰ ਦੀ ਅੰਮ੍ਰਿਤ ਵੇਲੇ, ਜਿਸ ਵੇਲੇ ਸਾਰੀ ਮਨੁੱਖਤਾ ਸੁੱਤੀ ਹੈ, ਘਰ-ਬਾਰ ਤਿਆਗ ਕੇ ਚੱਲ ਪਏ। ਸੰਗ ਚਲ ਸੁਖ ਸਾਗਰ ਕੇ ਜੁਗ, ਮੈਂ ਪੁਨੇ ਔਰ ਚਲਿਓ ਮਰਦਾਨਾ। ਭਾਈ ਬਾਲਾ ਜੀ ਆਖਦੇ ਆ ਗੁਰੂ ਅੰਗਦ ਦੇ ਮਹਾਰਾਜ ਜੀਓ, ਅਸੀਂ ਸਤਿਗੁਰਾਂ ਦੇ ਸੰਗ ਲੱਗੇ ਆ, ਸੰਗ ਚੱਲੇ ਆ। ਕਿੱਡੇ ਵੱਡੇ ਭਾਗ ਨੇ ਸਾਡੇ। ਸਾਨੂੰ ਰੱਬ ਪਿਆਰੇ ਨੇ ਆਖਿਆ ਆਪਾਂ ਸੁਬਾਹ ਚੱਲਣਾ, ਦੋਨੇ ਹੀ ਆ ਜਿਓ। ਕਿੱਡੀ ਵੱਡੀ ਕਿਸਮਤ ਹੋਣੀ ਭਾਈ ਬਾਲਾ ਤੇ ਮਰਦਾਨਾ ਜੀ ਦੀ, ਜਿਨ੍ਹਾਂ ਨੂੰ ਗੁਰੂ ਬਾਬਾ ਜੀ ਨੇ ਆਪ ਬੁਲਾਇਆ ਤੇ ਨਾਲ ਲੈ ਕੇ ਤੁਰ ਪਏ। ਕਹਿੰਦੇ ਇੱਕ ਪਿਆਰਾ ਖੱਬੇ ਤੇ ਇੱਕ ਪਿਆਰਾ ਸੱਜੇ। ਭਾਈ ਮਰਦਾਨਾ ਜੀ ਨੇ ਰਵਾਬ ਚੁੱਕੀ ਹੈ ਜੋ ਨਾਲ ਲੈ ਕੇ ਆਏ। ਇਹ ਉਹੀ ਰਵਾਬ ਹੈ ਜੋ ਸਤਿਗੁਰਾਂ ਦੇ ਨਾਲ ਰਹਿੰਦੀ ਹੈ, ਜੋ ਘਰ ਰੱਖ ਕੇ ਚਲੇ ਗਏ ਸੀ। ਅੱਜ ਉਹ ਰਵਾਬ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਪਿੱਛੇ ਪਿੱਛੇ ਤੁਰਦੇ ਨੇ ਤੇ ਗੁਰੂ ਬਾਬਾ ਜੀ ਅੱਗੇ ਚੱਲ ਰਹੇ ਨੇ। ਐਨੇ ਨੂੰ ਹੌਲੀ ਹੌਲੀ ਸੂਰਜ ਦੀਆਂ ਕਿਰਨਾਂ ਨਿਕਲੀਆਂ ਨੇ। ਚੇਤ ਆਨੰਦ ਸਤੰਗ ਸੁਖੰਦ, ਗੋਬਿੰਦ ਮਕੰਦ ਸਦਾ ਦੁਖੇ ਹਾਨਾ। ਦੀਨ ਦੁਨੀਆ ਦੇ ਦੁੱਖ ਕੱਟਣ ਵਾਲੇ, ਮੁਕਤੀ ਦੇ ਦਾਤੇ, ਸਤ ਚਿਤ ਆਨੰਦ ਸਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਿਨਾਂ ਰੁਕੇ ਚੱਲ ਰਹੇ ਨੇ। ਭਾਈ ਬਾਲਾ ਜੀ ਤੇ ਕਵੀ ਭਾਈ ਸੰਤੋਖ ਸਿੰਘ ਆਖ ਰਹੇ ਨੇ, ਕਹਿੰਦੇ ਸਫ਼ਰ ਤੇ ਬਹੁਤ ਵੱਡਾ ਏ, ਪਰ ਇੱਥੇ ਇਤਿਹਾਸ ਵਿੱਚ ਆਪਾਂ ਸੰਖੇਪ ਸਰਵਣ ਕਰਨਾ ਸ਼ਾਰਟ ਵਿੱਚ, ਕਿਉਂਕਿ ਅੱਜ ਵੀ ਸੈਂਕੜੇ ਸਥਾਨ ਐਸੇ ਨੇ ਗੁਰੂ ਨਾਨਕ ਸਾਹਿਬ ਜੀਆਂ ਦੇ ਜੋ ਪ੍ਰਗਟ ਹੋਣ ਵਾਲੇ ਆ। ਤਕਰੀਬਨ
विश्व दे विच 526 स्थान ऐसे ने जो अजे तक सिखां तो अलोप ने, ते सिखां नूं भी नहीं पता साडे सतगुरां ने, क्योंकि साडा इतिहास वाले पासे ना इंटरस्ट सी, ना अज है ना होना। पुराने समय तो लैके हुण तक साडी यूनीवर्सिटियां वेलियां पईयां ने, पंजाबी दे नां ते पंजाबी यूनीवर्सिटियां बणीਆਂ ने, इतिहास कित्थे है साडा? पुरातन ग्रंथां नूं कढ के रातां नूं ट्रकां दे राहीं साड़िया जांदा है, समेटिया जांदा है, तां जो सिखां दे कोल कोई पुरातन ग्रंथ ना रहे, इतिहास ना रहे, ते असीं ते लभण दीयां गल्लां छड्डो, साडे कोल जिहड़े है साडे ओह भी नहीं रहणे। आखो सतनाम। याद रखियो जिहड़ियां पिरतां साडे ते चल रहीआं ने ना, जिहड़े राह ते असीं पए होए आ, आउण वाले समय च गुरुद्वारे मंदिर बनन विच देर नहीं लगनी। जिन्ना ट्रैकां ते राह ते चल रही अज कौम, गुरु नानक साहब सच्चे पातशाह कहते ऐसे हज़ारां थावां ते गए ने जिन्हां थावां नूं अज भी किसी ने अणगौलिया कीता होया। अज भी कोई पर्सनल कब्जा करी बैठे थां ही नहीं छड्डदा, जबकि वो धरतियां वो थावां ऐसियां ने जिन्हां दे इतिहास प्रगट ने, इतिहास प्रगट ने जिन्हां दे। जगत गुरु गुरु नानक साहब महाराज कहते चलदे चलदे उदों ते ना पाकिस्तान सी ना हिंदुस्तान सी, उदों सिर्फ इक्को ही भारत सी साडा। उस दिशा में जा रहे ने एमनाबाद वाले पासे। जगत गुरु गुरु नानक साहब जी कहते जिन्हां दे नाल रहन करके सत चित आनंद स्वरूप प्राप्त हुंदा है, भाव दुख सुख कोई नहीं। भाई बाला जी दस रहे ने, कहते असीं उस गरीब नवाज दे नाल चले, मान सानू है, खुशी बहुत है भी जे रब नाल इन्ना समा बतीत करन दा समा मिलदा ते असीं ते जीवन मुक्त हां। जिउंदे जी मुक्त ने, मरिया मुक्ति किने वेखी है। बड़े फकीर, बड़े साधु, बड़े चोर यार ठग सानू राहां विच मिलदे रहे ने। तां गुर की पद पंकज ऊपर जात सदैव कवि कुर्बाना। महाकवि भाई संतोख सिंह सतगुरां दी महिमा करदे लिखदे, कहंदे ऐसे साहिब दे चरनां ते मेरी ते सदा ही बंधन है। जिउंदा भी नम शिकारा करदा करदा मर के भी रहूंगा सतनाम। क्योंकि वो पीरां दे पीर पातशाह ने, जिन्ना वर्गा दानी, जिन्ना वर्गा परोपकारी इस जग ते कोई नहीं है। गुरु नानक साहब जी की इत्थे महिमा लिखण लगे कलयुग के समय दे विच, क्योंकि अज सतगुरु जी चले ने यात्रा ते। यात्रा शब्द है ना जिहड़ा अरबी भाषा है, यारत शब्द तो यात्रा बनिया होया है। यारत मक्के की यात्रा करनी, ते यात्रा करन वाला हुंदा यात्री, भाव जो सफर कर रहे हैं, जो सफर दे राह ते है, ते इस सफर का नाम हुंदा यात्रा। गुरु नानक साहब महाराज इस यात्रा ते चले ने, नाल सतगुरां दे दो प्यारे दोनों सिख ने, जो घर दी चिंता जग दी चिंता छड्ड के तुरे ने। दुनिया की कहेगी ये मैटर कदे भी नहीं करता, इस गल दी परवाही कोई नहीं, बस खुशी इस गल दी है असीं गुरु साहब दे नाल, सतगुर साडे नाल ने। बस जीवन दीयां खुशियां ये नहीं, तुसीं जदों अपने किसी कोलों जग दी परवाह छड्डो, उस समय नूं आनंदित होके वेखो, वेखी जाओ दुनिया दे ते रंडी रोने चलदे रहिंदे सारी इत्थे खुश हो। भावे अज सतगुर नगर छड्ड के आए ने, लोकां गल्लां बड़ियां करनियां पिछों। वेखिया होना कल्याण चंद जी दा पुत्र छड्ड गया ना घर बार, बहुत कुछ बोलना है। जे हुण लोकां दियां सुन के जवाब देना, फिर ते जिंदगी अगे नहीं ना बदलदी। गुरु साहब चले आ नाल मुसलमान जात विचों भाई मरदाना जी, जो मरासियां दी कुल विचों ने, संधुआं दी गोद विचों जिमीदार हन भाई बाला जी। इत्थे जात का मतलब ये नहीं कि जे संधू आ गया तो पता नहीं कोई जट हो गई, नहीं। उन्हां समयां विच गोता करके पत्तियां करके पिंडां 'च जाणिया जांदा सी, क्योंकि राए भोए दी तलवंडी विच भाई बाला जी दे नाम दे दो सिख रहिंदे आ। ते भाई बाला जी किहड़े क्यों लिखाया श्री बाला संदरबाज भी संधुआं दी कुल दे विचों ने, चंद्रभान जी दे पुੱਤਰ इदां सी। अज ते असीं जातां ते गोतां नूं हंकार वजों वरतदे आ, उदों सिर्फ निशानी वजों वरते जांदे सी। पिंड विच एक नाम दे मान लो राम सिंह है, किन्ने राम सिंह ने पिंड च, कोई किसे, कोई तरखाना चों है, कोई मजहबियां चों, कोई किसे चों, कोई किसे चों। मिलना एक नूं ते इकट्ठे 20 हो जांदे आ। दस्सिया जांदा सी फलाना फलाणियां चों। अज भी पिंडां 'च जाओगे लोग पुछदे किहनूं मिलना जी, किहड़ियां नूं मिलना है। जे फलाणियां दे घर ते उधरले पासे आ, इन्हां दे इधर सुभाविक जानण लई। चलो हुण ते छूत छात अहंकार नहीं चूट चली जांदा। बिरती हर बंदे दी खराब है, चाहे जिहड़ा मर्जी धर्म दा होवे।
ਉਹਨਾਂ ਸਮਿਆਂ ਵਿੱਚ ਭਾਈ ਬਾਲਾ ਭਾਈ ਮਰਦਾਨਾ ਚੱਲੇ ਆ। ਕਦੇ ਨਹੀਂ ਸੋਚਿਆ ਇਹ ਮੁਸਲਮਾਨ ਨੇ, ਕਦੇ ਨਹੀਂ ਸੋਚਿਆ ਅਸੀਂ ਸਿੱਖਾਂ ਜਾਂ ਹਿੰਦੂਆਂ ਜਾਂ ਕੌਣ ਆ। ਕਦੇ ਕੋਈ ਵਿਤਕਰਾ ਤਿੰਨੇ ਮਿੱਤਰਾਂ ਵਿੱਚ ਹੋਇਆ ਹੀ ਨਾ। ਦੋਹਰਾ ਮੰਦ ਮੰਦ ਗਤ ਸੁੰਦਰੀ, ਪਦ ਪਦਵੀ ਪਰ ਪਾਏ। ਮੈਂ ਪੁਨ ਮਰਦਾਨਾ ਦੋ, ਸਤਿਗੁਰ ਪੀਛੇ ਜਾਏ। ਭਾਈ ਬਾਲਾ ਜੀ ਆਖਦੇ ਸਤਿਗੁਰੂ ਜੀ ਅਸੀਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹਮੇਸ਼ਾ ਪਿੱਛੇ ਹੀ ਚੱਲੇ ਆ। ਕਦੇ ਗਲਤੀ ਨਾਲ ਵੀ ਇੱਕ ਕਦਮ ਅਸੀਂ ਗੁਰੂ ਬਾਬਾ ਜੀ ਤੋਂ ਅੱਗੇ ਨਹੀਂ ਹੋਏ। ਭਾਈ ਮਰਦਾਨਾ ਖੱਬੇ ਤੇ ਭਾਈ ਬਾਲਾ ਜੀ ਸੱਜੇ, ਪਰ ਰਹਿਣਾ ਵੀ ਪਿੱਛੇ। ਇਹ ਨਹੀਂ ਵੀ ਬਰਾਬਰ ਤੁਰਨਾ ਹੈ। ਆਪ ਤੋਂ ਵੱਡਿਆਂ ਦਾ ਮਾਣ ਸਨਮਾਨ ਕੀ ਹੁੰਦਾ ਹੈ? ਹਮੇਸ਼ਾ ਉਹਨਾਂ ਅੱਗੇ ਝੁਕ ਕੇ ਚੱਲੋ, ਖੱਬੇ ਹੱਥ ਚੱਲੋ, ਹਮੇਸ਼ਾ ਪਿੱਛੇ ਰਹਿ ਕੇ ਚੱਲੋ। ਇਹ ਸਤਿਕਾਰ ਹੈ। ਅਸੀਂ ਤੇ ਕਹਿੰਦੇ ਆ ਯਾਰ ਤੂੰ ਪਿੱਛੇ ਹਟ, ਮੈਂ ਹੀ ਹਟੂ ਹਾਂ, ਤੂੰ ਕੌਣ ਹੁੰਦਾ ਹੈ? ਰੁਤਬੇ ਦਾ ਸਤਿਕਾਰ ਇਹ ਹੈ। ਭਾਈ ਬਾਲਾ ਜੀ ਕਹਿੰਦੇ ਅਸੀਂ ਸਤਿਗੁਰਾਂ ਤੋਂ ਹਮੇਸ਼ਾ ਇੰਨਾ ਕੁ ਫਰਕ ਰੱਖਦੇ ਸੀ ਵੀ 5 ਤੋਂ 7 ਫੁੱਟ ਗੁਰੂ ਸਾਹਿਬ ਜੀ ਅਸੀਂ ਪਿੱਛੇ ਹੋ ਕੇ ਤੁਰਦੇ ਸੀ। ਕਿਉਂ ਤੁਰਦੇ ਸੀ? ਉਹ ਜਾਣਦੇ ਆ ਇਹ ਸ੍ਰਿਸ਼ਟੀ ਦੇ ਮਾਲਕ ਨੇ, ਇਹ ਆਪ ਪਰਮਾਤਮਾ ਨੇ, ਇਹਨਾਂ ਦੇ ਬਰਾਬਰ ਚੱਲਣ ਵਾਸਤੇ ਵੀ ਅਜੇ ਤੱਕ ਕੋਈ ਜੱਗ ਤੇ ਜੰਮਿਆ ਹੀ ਨਹੀਂ। ਆਖੋ ਸਤਿਨਾਮ। ਕਿਤੇ ਸਿੱਖਾਂ ਦੀ ਐਡੀ ਵੱਡੀ ਭਾਵਨਾ ਤੇ ਅੱਜ ਵਾਲਾ ਸਿੱਖ ਉਹ ਮੈਨੂੰ ਰਾਤ ਨੂੰ ਗੁਰੂ ਨਾਨਕ ਸਾਹਿਬ ਦਿਖਦੇ ਆ। ਕਦੋਂ ਦਿਖਦੇ ਆ? ਕਹਿੰਦਾ ਜਦੋਂ ਮੈਂ ਨਾ ਸੁੱਤਾ ਨਾ 1 ਵਜੇ, ਉਦੋਂ ਵੀ ਪਤੰਦਰਾ ਤੈਨੂੰ ਇੰਨਾ ਪਤਾ ਵੀ ਤੂੰ ਸੁੱਤਾ ਤੇ ਉਦੋਂ ਰਜਾਈ ਲਈ ਸੀ ਕਿ ਨਹੀਂ? ਕਿਹੜੇ ਕਮਰੇ 'ਚ ਸੁੱਤਾ ਸੀ, ਕਿਹੜੇ ਹਾਲਾਤ ਸੀ, ਕਿੰਨੇ ਵਜੇ, ਤੈਨੂੰ ਸਮੇਂ ਦਾ ਨਹੀਂ ਪਤਾ ਤੇ ਤੈਨੂੰ ਇੰਨਾ ਪਤਾ ਵੀ ਬਾਬਾ ਨਾਨਕ ਤੈਨੂੰ ਸੁੱਤੇ ਨੂੰ ਮਿਲਣਾ ਹੈ। ਸੁੱਤਿਆਂ ਨੂੰ ਮਿਲਦਾ ਹੈ। ਮਹਾਰਾਜ ਕਹਿੰਦੇ ਭਾਈ ਗੁਰੂ ਜਦ ਮਿਲਦਾ ਹੈ ਉਹ ਜਾਗਤ ਜੋਤ ਹੈ। ਜਿੱਦਣ ਵੀ ਮਿਲਣਾ ਉਹਨੇ ਜਾਗਰਤ ਹੋ ਕੇ ਸਾਨੂੰ ਹੋ ਕੇ ਮਿਲਣਾ। ਆਖੋ ਸਤਿਨਾਮ। ਭਗਤਾਂ ਦਾ ਜੀਵਨ ਪੜ੍ਹਦੇ ਹੋ, ਇਹ ਬਿਦ ਸੁਣ ਕੇ ਜੱਟ ਰੋਠ ਭਗਤੀ ਲਾਗਾ, ਮੇਰੇ ਪ੍ਰਤੱਖ ਗੁਸਾਈਆਂ। ਗੁਸਾਈਆਂ ਕਿਹਨੂੰ ਕਹਿੰਦੇ? ਰੱਬ ਨੂੰ। ਕਿਹਦੇ ਪ੍ਰਤੱਖ ਮਿਲੇ? ਧੰਨਾ ਵਡ ਭਗਤ। ਕਿਤੇ ਲਿਖਿਆ ਵੀ ਸੁੱਤਾ ਪਿਆ ਸੀ, ਪੱਥਰ ਦਾ ਸਰਾਣਾ ਲਾ ਕੇ ਰੱਬ ਆਇਆ, ਕਹਿੰਦਾ ਓਏ ਸੁੱਤਾ ਪਿਆ, ਚੱਲ ਸੁੱਤਾ ਹੀ ਲੈ ਜਾ, ਸਾਰਾ ਕੁਝ ਬੜੀ ਵਾਰ ਮਿਲੇ ਵੀ ਜਾਗਦੇ ਲੈ ਜਾਂਦੇ ਆ, ਸੁੱਤੇ ਸੁੱਤੇ ਲੈ ਜਾਂਦੇ ਆ। ਇੱਕ ਜਾਗਨ ਲਹਨ ਸੇ ਸਾਈ ਕੰਨੋਂ ਦਾਤ। ਰੱਬ ਦੀਆਂ ਦਾਤਾਂ ਤੇ ਉਹਨਾਂ ਕੋਲ ਨੇ ਜਿਹੜੇ ਜਾਗਦੇ ਆ, ਜਿਹੜੇ ਜਾਗਰਤ ਨੇ। ਭਾਈ ਬਾਲਾ ਜੀ ਸਤਿਗੁਰਾਂ ਦੇ ਨਾਲ ਰਹਿੰਦੇ ਆ, ਇੰਦਰੀਆਂ ਕਰਕੇ, ਸੁਰਤ ਕਰਕੇ, ਗਿਆਨ ਕਰਕੇ, ਜਾਗਦੇ ਹੋ ਕੇ। ਕਈ ਵਾਰ ਏਦਾਂ ਹੁੰਦਾ ਆਪਾਂ ਨਾਲ ਬੈਠੇ ਆ ਤੇ ਹੁੰਦੇ ਆਪਾਂ ਕਿਤੇ ਹੋਰ, ਬੈਠੇ ਵਿਆਹ 'ਚ, ਬੈਠੇ ਸ਼ਗਨ 'ਚ, ਧਿਆਨ ਹੈ ਨਹੀਂ ਉੱਥੇ। ਧਿਆਨ ਤੇ ਆ ਵੀ ਜੇ ਮੈਂ ਲੇਟ ਹੋ ਗਿਆ ਮੇਰਾ ਕੰਮ ਖਰਾਬ ਹੋ ਜਾਣਾ, ਪਤਾ ਨਹੀਂ ਇਹਨਾਂ ਨੇ ਲਾਵਾਂ ਕਦੋਂ ਪੜ੍ਹਨੀਆਂ ਨੇ, ਆਹ ਕੰਮ ਕਦੋਂ ਕਰਨਾ, ਉੱਥੇ ਹੈ ਨਹੀਂ ਅਸੀਂ। ਪਰ ਇਹ ਦੋਨੋਂ ਪਿਆਰੇ ਸਿੱਖ ਜਦ ਵੀ ਚੱਲਦੇ ਨੇ ਸਤਿਗੁਰਾਂ ਤੋਂ ਪਿੱਛੇ ਪਿੱਛੇ ਚੱਲਦੇ ਨੇ, ਭਾਵੇਂ ਕਿ ਗੁਰੂ ਨਾਨਕ ਸਾਹਿਬ ਬਚਪਨ ਦੇ ਮਿੱਤਰ ਨੇ। ਮਿੱਤਰ ਜਾਣ ਕੇ ਵੀ ਕਦੇ ਭਾਈ ਬਾਲਾ ਜੀ ਨੇ ਗੁਰੂ ਸਾਹਿਬ ਨੂੰ ਮਿੱਤਰ ਨਹੀਂ ਜਾਣਿਆ। ਰੱਬ ਜਾਣਦੇ ਨੇ। ਕੋਈ ਅੱਜ ਕੋਈ ਗੁਰਮੁਖ ਪਿਆਰਾ, ਕੋਈ ਬੰਦਗੀ ਵਾਲਾ ਸਾਡਾ ਦੋਸਤ ਮਿੱਤਰ ਹੋਵੇ, ਸਾਡੇ ਪਰਿਵਾਰ ਚੋਂ ਹੋਵੇ, ਕੋਈ ਅਸੀਂ ਤੇ ਉਹਨੂੰ ਮਜ਼ਾਕ ਸਮਝਦੇ ਹਾਂ, ਮਜ਼ਾਕ ਤੂੰ ਹੈ ਕੀ ਚੀਜ਼ਾਂ। ਇਸੇ ਕਰਕੇ ਨਾਨਕੇ ਦਾਦਕੇ ਲੰਗੋਟੀਏ ਯਾਰ, ਰੱਬ ਤੇ ਰੱਬ ਦੇ ਪਿਆਰਿਆਂ ਦੀ ਕਦੇ ਸਾਰ ਜਾਣ ਹੀ ਨਹੀਂ ਸਕਦੇ। ਸਾਧੂ ਮਹਾਤਮਾ ਭਗਤੀ ਕਰੇ, ਗੁਰੂ ਨਾਨਕ ਸਾਹਿਬ ਜੀ ਦਾ ਪਰਿਵਾਰ ਹੀ ਨਹੀਂ ਮੰਨਦਾ ਉਹਨਾਂ ਨੂੰ। ਕਹਿੰਦੇ ਸੀ ਤੂੰ ਸਾਡਾ ਪੁੱਤ ਹੈ। ਨਾ ਦਾਦਕੇ ਮੰਨਣ ਨਾ ਨਾਨਕੇ ਮੰਨਣ, ਮੰਨਦਾ ਸੀ ਕੋਈ? ਲੰਗੋਟੀ ਯਾਰ ਕਿੰਨੇ ਸੀ ਗੁਰੂ ਸਾਹਿਬ ਦੇ ਜਿਹੜੇ ਸਤਿਗੁਰਾਂ ਨੂੰ ਮਜ਼ਾਕ ਤੇ ਮਖੌਲ ਕਰਦੇ ਸੀ। ਕੋਈ ਦੋ ਹੀ ਸੱਜਣ ਸੀ ਜਿਨ੍ਹਾਂ ਨੇ ਉਸ ਰੱਬ ਨੂੰ ਜਾਣਿਆ ਤੇ ਮੰਨਿਆ। ਜੇ ਮੰਨਿਆ ਤੇ ਜਾਣਿਆ ਅੱਜ ਵੀ ਨਾਲ ਤੁਰੇ ਫਿਰਦੇ, ਅੱਜ ਵੀ ਨਾਲ ਨੇ। ਭਾਈ ਬਾਲਾ ਜੀ ਭਾਵੁਕ ਹੋ ਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਸ ਫੇਰੀ ਦਾ ਜ਼ਿਕਰ ਦੱਸਦੇ ਆ। ਕਹਿੰਦੇ ਸਤਿਗੁਰ ਹਮੇਸ਼ਾ ਕੋਸ਼ਿਸ਼ ਕਰਦੇ ਸੀ ਅਸੀਂ ਉਹਨਾਂ ਤੋਂ ਅੱਗੇ ਚੱਲੀਏ। ਉਹ ਸਾਡੇ ਪਿਆਰੇ ਦਾ ਮਾਣ ਸੀ, ਉਹਨਾਂ ਦਾ ਬਖਸ਼ਿਆ ਸਾਨੂੰ ਸਤਿਕਾਰ ਸੀ, ਪਰ ਅਸੀਂ ਜਾਣਦੇ ਸੀ ਸਾਡਾ ਰੁਤਬਾ ਕੀ ਹੈ। ਚੌਪਈ ਹੇਤ ਭਗਤ ਸ੍ਰਿਤਾ ਵਿਸਤਾਰਨ, ਨਾਨਕ ਰਾਏ ਜਗਤ ਨਿਸਤਾਰਨ। ਬੜਾ ਸੋਹਣਾ ਛੰਦ ਲਿਖਿਆ। ਕਹਿੰਦੇ ਗੁਰੂ ਨਾਨਕ ਰਾਏ ਜੀ ਭਗਤੀ ਦਾ ਸਰੂਪ ਵਿਸਤਾਰਨ ਵਾਸਤੇ, ਪ੍ਰਗਟ ਕਰਨ ਵਾਸਤੇ ਇਸ ਧਰਤੀ ਤੇ ਆਏ ਨੇ। ਬੜੀ ਦੁਨੀਆ ਪਹਿਲਾਂ ਆਈ ਸਤਿਗੁਰਾਂ, ਬਹੁਤ ਆਏ ਨੇ। ਪਰਮਾਤਮਾ ਨੂੰ ਫੇਰ ਆਉਣਾ ਪਿਆ ਜਦੋਂ ਰੱਬ ਦੇ ਨਾਮ ਦਾ ਜ਼ਿਕਰ ਹੀ ਨਹੀਂ ਹੋਇਆ। ਕਿ ਜਿਹੜਾ ਆਇਆ ਕਰੇ ਆਪਣੇ ਧਰਮ ਚ ਲਾ ਕੇ ਬਹਿ ਜਾਇਆ ਕਰੇ, ਉਹ ਆਖੇ ਮੇਰੇ ਵਰਗੇ ਬਣ ਜਾਓ, ਜਿਵੇਂ ਮੈਂ ਚੱਲਾਂ ਉਦਾਂ ਚੱਲਿਆ ਕਰੋ। ਮਤਲਬ ਰੱਬ ਦੀ ਗੱਲ ਤੇ ਰਹਿ ਗਈ ਨਾ। ਹੋਇਆ ਕੀ ਵੀ ਵਿਚੋਲਿਆਂ ਨੇ ਆਪਣਾ ਗਾਹ ਪਾਈ ਰੱਖਿਆ।
ਅਸਲੀ ਖਸਮ ਨਾਲ ਕਿਸੇ ਨੂੰ ਮਿਲਾਇਆ ਹੀ ਨਹੀਂ। ਆਖੋ ਸਤਿਨਾਮ। ਤਾਂ ਕਲਯੁਗ ਦੇ ਸਮੇਂ ਵਿੱਚ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸਤਿਯੁਗ 'ਚ ਕਿਉਂ ਨਹੀਂ ਆਏ? ਦੁਆਪਰ 'ਚ ਕਿਉਂ ਨਹੀਂ ਆਏ? ਤ੍ਰੇਤੇ ਵਿੱਚ ਕਿਉਂ ਨਹੀਂ ਆਏ ਗੁਰੂ ਨਾਨਕ ਸਾਹਿਬ? ਹੁਣ ਕਿਉਂ ਆਏ? ਇਸ ਲਈ ਸਭ ਨੂੰ ਮੌਕਾ ਦੇ ਕੇ ਦੇਖਿਆ, ਸਭ ਨੂੰ ਸਤਿਕਾਰ ਦਿੱਤਾ। ਦੇਵੀ ਦੇਵਤੇ ਰਾਖਸ਼ ਕਿਹੜਾ ਭਗਤੀ ਨਹੀਂ ਕਰਦੇ? ਦੇਵਤਿਆਂ ਤੋਂ ਵੱਧ ਤਪੱਸਿਆ ਰਾਖਸ਼ ਲੋਕਾਂ ਦੀ ਹੁੰਦੀ ਹੈ। ਤੇ ਜਿੰਨ ਲੋਕ ਜਿਹੜੇ ਰਾਖਸ਼ਾਂ ਦੇ ਵਿੱਚ ਹੁੰਦੇ ਆ, ਭੂਤਾਂ ਦੀ ਕੋਈ ਤਪੱਸਿਆ ਨਹੀਂ ਹੁੰਦੀ ਤੇ ਜਿੰਨਾਂ ਦੀ ਬੰਦਗੀ ਜ਼ਿਆਦਾ ਹੁੰਦੀ, ਕਿਉਂਕਿ ਰਾਖਸ਼ਾਂ ਦੀ ਵਰਤੀ ਹੈ। ਤਪੱਸਿਆ ਕਿੰਨੀ ਹੈ? ਹਰਨਾਕਸ਼ ਨੂੰ ਲੋਕ ਹਰਨਾਕਸ਼ ਮੰਨਦੇ ਆ, ਰਾਖਸ਼ ਦੀ ਬਿਰਤੀ ਦਾ ਮੰਨਦੇ, ਉਹਦੀ ਭਗਤੀ ਕਿੰਨੀ ਸੀ? ਪੜ੍ਹੋ ਤੇ ਸਹੀ ਕਰੇ। ਰਾਵਣ ਨੂੰ ਲੋਕ ਰਾਖਸ਼ ਬਿਰਤੀ ਦਾ ਮੰਨਦੇ ਸੀ, ਉਹਦੀ ਇਬਾਦਤ ਬੰਦਗੀ ਕਿੰਨੀ ਸੀ? ਕਿਤੇ ਨਾ ਕਿਤੇ ਦੇਵਤਿਆਂ ਨੂੰ ਵੀ ਉਹਨਾਂ ਦੇ ਘਰਾਂ ਦੇ ਝਾੜੂ ਪੋਚੇ ਕਰਨੇ ਪੈਂਦੇ ਸੀ। ਆਖੋ ਸਤਿਨਾਮ। ਇਹ ਤੁਸੀਂ ਸੁਣਿਆ, ਗੁਰਬਾਣੀ 'ਚ ਵੀ ਲਿਖਿਆ ਹੈ ਵੀ ਰਾਵਣ ਦੇ ਘਰ ਦੇ ਵਿੱਚ ਚੰਦ ਸੂਰਜ ਦੋਏ ਤਪਤ ਰਸੋਈ, ਮੈਂ ਸੰਤਰ ਜਾ ਕੇ ਕੱਪੜੇ ਧੋਈ। ਕਹਿੰਦੇ ਇਹਨਾਂ ਦੇਵਤਿਆਂ ਦੇ ਅਧਿਆਕਸ਼ ਦੇਵਤੇ ਸਫਾਈਆਂ ਕਰਦੇ ਆ, ਰਸੋਈਆਂ ਸਾਫ਼ ਕਰਦੇ ਆ, ਕੱਪੜੇ ਧੋਂਦੇ ਆ, ਬਰਤਨ ਮਾਂਜਦੇ ਆ। ਕਿਉਂ? ਦੇਵਤੇ ਰਾਖਸ਼ਾਂ ਦਾ ਕੰਮ ਕਿਉਂ ਕਰਦੇ? ਕਿਉਂਕਿ ਰਾਖਸ਼ਾਂ ਦੀ ਬੰਦਗੀ ਜ਼ਿਆਦਾ ਹੈ, ਤਪੱਸਿਆ ਜ਼ਿਆਦਾ ਹੈ। ਬੜੇ ਲੋਕ ਅੱਜ ਸਾਡੇ ਚ ਹੁੰਦੇ ਰਾਖਸ਼ ਬਿਰਤੀ ਵਾਲੇ। ਮੇਰੀ ਗੱਲ ਕਰ ਲਓ, ਮੈਂ ਰਾਖਸ਼ ਹਾਂ। ਅਗਲਾ ਕਹਿੰਦਾ ਭਾਈ ਸਾਹਿਬ ਪਾਠ ਬੜਾ ਕਰਦੇ ਹੋ, ਨਾਮ ਬੜਾ ਜਪਦੇ, ਫਿਰ ਕੀ ਹੋਇਆ? ਤੇ ਰਾਖਸ਼ ਵੀ ਕਰਦੇ ਆ। ਗੱਲ ਉਦੋਂ ਬਣਨੀ ਹੈ ਜਿੱਦਣ ਮੇਰੇ ਜੀਵਨ ਨੂੰ ਵੇਖ ਕੇ ਕੋਈ ਆਖੇਗਾ ਮੈਂ ਤੇਰੇ ਵਰਗਾ ਬਣਨਾ ਚਾਹੁੰਦਾ। ਤੂੰ ਗੁਰੂ ਨਾਲ ਜੁੜਿਆ, ਮੈਂ ਵੀ ਜੁੜਨਾ ਚਾਹੁੰਦਾ। ਤੂੰ ਰੱਬ ਦੇ ਪਿਆਰ 'ਚ ਭਿੱਜਿਆ, ਮੈਂ ਵੀ ਭਿੱਜਣਾ ਚਾਹੁੰਦਾ। ਉਦੋਂ ਅਸੀਂ ਦੇਵਤੇ ਹੋਵਾਂਗੇ, ਵਰਨਾ ਅਸੀਂ ਅੱਜ ਵੀ ਰਾਖਸ਼ ਹਾਂ। ਕੌਡੇ ਮਾੜੇ ਮੋਟੇ ਨਹੀਂ, ਕੌਡੀਆਂ ਵਾਲੇ ਰਾਖਸ਼ ਹਾਂ ਸੀ। ਤੇ ਸੱਚੀ ਗੱਲ ਹੈ, ਗੁਰੂ ਘਰ ਬੈਠੇ ਹੋਈਏ, ਸਤਸੰਗ 'ਚ ਬੈਠੇ ਹੋਈਏ, ਸਾਨੂੰ ਲੱਗਦਾ ਸਾਡੇ ਵਰਗਾ ਦੇਵਤਾ ਕੋਈ ਨਹੀਂ। ਤੇ ਬਾਹਰ ਜਾ ਕੇ ਛੱਡਦੇ ਆ ਕਿਸੇ ਨੂੰ। ਇੱਥੋਂ ਬਾਹਰ ਨਿਕਲੀਏ, ਕਿਸੇ ਨੇ ਮੋਟਰਸਾਈਕਲ ਗੱਡੀ ਸਾਡੇ 'ਚ ਮਾਰੀ ਤੇ ਸਾਡੇ ਦੇਵਤਿਆਂ ਦੇ ਮੂੰਹ 'ਚੋਂ ਜਿਹੜੇ ਪਹਿਲਾਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਸੀ, ਫੇਰ ਕੀ ਨਿਕਲੂ? ਗਾਲ ਆਵੇ ਮੂੰਹ 'ਚੋਂ। ਕਿਉਂ? ਰਾਖਸ਼ ਬਿਰਤੀ ਅਜੇ ਉਹ ਦੇਵਾਂ ਵਾਲੀ ਬਣੀ ਨਹੀਂ ਹੈ। ਤੇ ਬਿਰਤੀ ਦਾ ਜ਼ਿਕਰ ਹੈ। ਭਾਈ ਬਾਲਾ ਮਰਦਾਨਾ ਸਤਿਗੁਰਾਂ ਦੇ ਨਾਲ ਤੁਰਦੇ, ਕਹਿੰਦੇ ਗੁਰੂ ਬਾਬਾ ਜੀ ਭਗਤੀ ਦਾ ਸਰੂਪ ਹਨ। ਇੱਕ ਨਦੀ ਵਾਸਤੇ ਨੇ। ਨਦੀ ਕਦੇ ਵੀ ਆਪਣਾ ਪਾਣੀ ਆਪ ਨਹੀਂ ਪੀਂਦੀ। ਨਦੀ ਕਾਹਦੇ ਵਾਸਤੇ? ਦੁਨੀਆ ਦੇ ਭਲੇ ਵਾਸਤੇ। ਬਾਰਿਸ਼ਾਂ ਆਉਂਦੀਆਂ ਨੇ, ਭਰ ਭਰ ਚੱਲਦੀਆਂ, ਕੰਢੇ ਵੀ ਤੋੜ ਲੈਂਦੀਆਂ, ਪਰ ਦੂਜੇ ਲਈ ਚੱਲਦੀਆਂ ਨੇ। ਆਪਣੇ ਲਈ ਕਦੇ ਪਾਣੀ ਵਰਤਦੀਆਂ ਨਹੀਂ। ਥਲ ਪਲੋ ਤੇ ਜੋ ਮਨ ਨੀਵਾ, ਜਾਹੇ ਕੀਰਤਨ ਨੀਰਸ ਦੀਵਾ। ਹੁਣ ਸਤਿਗੁਰਾਂ ਦਾ ਰੂਪ ਇੱਕ ਭਗਤੀ ਦਾ ਸਰੂਪ ਹੈ। ਨਦੀ ਦਾ ਗੁਣ ਹਮੇਸ਼ਾ ਨੀਵੀਆਂ ਥਾਵਾਂ ਨੂੰ ਚੱਲਦੀ। ਪਾਣੀ ਚੱਲੇ ਨਿਵਾਣ ਨੂੰ, ਨੀਵੀਂ ਥਾਂ ਨੂੰ ਜਾਂਦਾ ਹੈ, ਸਾਫ਼ ਥਾਂ ਤੇ ਜਾਂਦਾ ਹੈ। ਮੈਲੀ ਵੀ ਹੋਵੇ ਸਾਫ਼ ਕਰ ਦਿੰਦਾ ਏ। ਕਹਿੰਦੇ ਜਿਨ੍ਹਾਂ ਦੇ ਮਨ ਨੀਵੇਂ ਨੇ, ਜਿਹੜੇ ਗੁਰੂ ਦੀ ਕੀਰਤ ਕਰਦੇ ਆ, ਸਤਿਗੁਰ ਦੀ ਮਹਿਮਾ ਕਰਦੇ ਆ, ਗੁਰੂ ਨਾਨਕ ਸਾਹਿਬ ਭਗਤੀ ਦੀ ਨਦੀ ਉਸ ਹਿਰਦੇ ਵਿੱਚ ਜਾ ਖੜਦੀ ਆ। ਆਖੋ ਸਤਿਨਾਮ। ਪਾਣੀ ਦੀਆਂ ਨਦੀਆਂ ਹਮੇਸ਼ਾ ਨੀਵੇਂ ਪਾਸੇ ਨੂੰ ਚੱਲਦੀਆਂ, ਕਦੇ ਚੜ੍ਹਦੇ ਵੀ ਜਾਂਦੀਆਂ, ਹਮੇਸ਼ਾ ਨੀਵੀਂ ਥਾਂ ਨੂੰ ਪਾਣੀ ਨਹੀਂ ਜਾਣਾ, ਕਿਉਂਕਿ ਇਹ ਕੁਦਰਤ ਦਾ ਵਿਧਾਨ ਹੈ। ਗੁਰੂ ਸਾਹਿਬ ਭਗਤੀ ਦੀ ਨਦੀ ਨੇ ਬੜਾ ਸੋਹਣਾ ਪ੍ਰਮਾਣ ਦੇ ਰਹੇ ਆ। ਕਹਿੰਦੇ ਨੀਵੀਆਂ ਥਾਵਾਂ ਨਿਮਰਤਾ ਵਾਲੇ ਹਿਰਦੇ, ਭਗਤੀ ਉੱਥੇ ਵਸੂ। ਹੰਕਾਰੀ ਬੰਦਾ ਭਗਤੀ ਕਰ ਸਕਦਾ, ਲੋਕਾਂ ਚਾਰੂ ਵਾਹਿਗੁਰੂ ਵਾਹਿਗੁਰੂ ਕਰੂ, ਪਾਠ ਵੀ ਕਰੂ, ਕਹਿੰਦਾ ਮੈਂ ਇੰਨੇ ਪਾਠ ਕਰ ਲਏ, ਮੇਰਾ ਇੰਨਾ ਸਿਮਰਨ, ਮੇਰਾ ਤੇ ਦਾਦਾ ਅਮਰਧਾਰੀ, ਮੇਰਾ ਤੇ ਪੋਤਾ ਅਮਰਧਾਰੀ। ਉਹਦਾ ਕੀ ਫਾਇਦਾ? ਜਿੱਦਣ ਤੇਰੇ ਜੀਵਨ ਵਿੱਚ ਨਿਮਰਤਾ ਆਊਗੀ, ਲੋਕ ਕਹਿਣਗੇ ਜੇ ਬਣਨਾ ਤੇ ਫਲਾਣਾ ਸਿੰਘ ਵਰਗਾ ਬਣਨਾ, ਕੋਈ ਉਹਦੇ ਵਰਗਾ ਬਣ। ਫਿਰ ਉਹ ਕੀ ਹੈ? ਤੇਰੀ ਸਿਫਤ ਨਹੀਂ ਹੈ, ਤੇਰੇ ਗੁਰੂ ਦੀ ਵਡਿਆਈ ਹੈ। ਅੱਜ ਤੇ ਲੋਕੀ ਸਾਨੂੰ ਕਹਿੰਦੇ ਉਹ ਨਾ ਭਰਾ ਫਲਾਣੇ ਵਰਗਾ ਨਾ ਕਰਦੀ, ਯਾਰ ਉਹ ਇਹੋ ਜਿਹਾ ਸੀ, ਆਹ ਕਰ ਗਿਆ, ਕਰਦੇ ਨਾ। ਕਿਉਂ? ਕਿਉਂਕਿ ਦੁਨੀਆ ਸਾਡੇ ਵਰਗੇ ਰਾਖਸ਼ ਲੋਕਾਂ ਨੂੰ ਵੇਖਦੀ ਹੈ। ਅਸੀਂ ਅੱਜ ਵੀ ਰਾਖਸ਼ ਫਿਰਦੀ ਦੇ ਹਾਂ। ਪਰ ਕਹਿੰਦੇ ਗੁਰੂ ਦੀ ਭਗਤੀ, ਸਤਿਗੁਰ ਦਾ ਸਰੂਪ ਭਗਤੀ ਵਾਲਾ ਹੈ। ਉਹ ਇੱਕ ਭਰੀ ਹੋਈ ਪਾਣੀ ਦੀ ਨਦੀ ਹੈ। ਪਾਣੀ ਕਾਹਦਾ ਉਹਦੇ ਵਿੱਚ? ਪ੍ਰੇਮ ਦਾ ਪਾਣੀ ਹੈ, ਪ੍ਰੇਮ ਦਾ। ਤੇ ਨਦੀ ਦੇ ਵਿੱਚ ਕੋਈ ਨਾਲਾ ਮਿਲ ਜੇ, ਨਾਲਾ ਨਾਲਾ ਰਹਿੰਦਾ ਜੀ। ਆ ਕਿੰਨੀਆਂ ਨਦੀਆਂ ਦਰਿਆਵਾਂ 'ਚ ਜਾ ਡਿੱਗਦੀਆਂ, ਦਰਿਆ ਸਮੁੰਦਰਾਂ 'ਚ ਜਾ ਡਿੱਗਦੇ ਆ। ਕਿੰਨਾ ਸੀਵਰ ਦਾ ਪਾਣੀ ਨਦੀਆਂ ਨਾਲਿਆਂ 'ਚ ਜਾਂਦਾ, ਦਰਿਆਵਾਂ 'ਚ ਜਾਂਦਾ ਹੈ। ਕਦੇ ਗੰਦਾ ਹੁੰਦਾ? ਉਹ ਸਭ ਸਾਫ਼ ਹੋ ਜਾਂਦਾ, ਇੱਕ ਹੋ ਜਾਂਦਾ। ਜਿੰਨੇ ਲੋਕ ਹਉਮੈ ਹੰਕਾਰ ਛੱਡ ਕੇ ਗੁਰੂ ਰੂਪ ਨਦੀ ਵਿੱਚ ਨਾਲੀਆਂ ਬਣ ਕੇ ਡਿੱਗਦੇ ਨੇ, ਪਰ ਨੀਵੇਂ ਹੁੰਦੇ ਨੇ, ਕਹਿੰਦੇ ਨਦੀ ਆਪਣਾ ਰੂਪ ਬਣਾਉਂਦੀ ਹੈ। ਨਾਮ ਸਿਫਤ ਸੁਠ ਉਠਤ ਤਰੰਗਾ, ਨਿਕਸਨ ਥਾਨ
ਜਸ ਸਤ ਸੰਗ। ਹੁਣ ਨਦੀ ਨਿਕਲਦੀ ਕਿੱਥੋਂ ਹੈ? ਸਤਸੰਗ ਵਿੱਚੋਂ ਨਿਕਲਦੀ, ਗੁਜ਼ਰਦੀ ਹੈ। ਇਸ ਨਦੀ ਦੇ ਵਿੱਚ ਰੱਬ ਦੀ ਸਿਫਤ ਕਰਨ ਦੀਆਂ ਤਰੰਗਾਂ ਉੱਠਦੀਆਂ ਨੇ, ਲਹਿਰਾਂ। ਕੋਈ ਵੀ ਨਦੀ ਦਰਿਆ ਦਾ ਪਾਣੀ ਲਹਿਰ ਬਿਨਾਂ ਨਹੀਂ ਚੱਲਦਾ। ਤੇ ਨਦੀ ਲੰਘਦੀ ਕਿੱਥੋਂ ਆ ਜੀ? ਜਿੱਥੇ ਨੀਵੀਂ ਥਾਂ ਹੋਵੇ, ਸਵੱਛ ਥਾਂ ਹੋਵੇ, ਕੁਦਰਤੀ ਸਰੋਤ ਦਾ ਵਹਾਣ ਹੁੰਦਾ ਏ। ਕਹਿੰਦੇ ਭਗਤੀ ਦੀ ਨਦੀ ਲੰਘਦੀ ਹੈ ਸੰਗਤ ਵਿੱਚੋਂ, ਸਤਸੰਗ ਵਿੱਚੋਂ ਲੰਘਦੀ ਹੈ। ਤੇ ਇਹ ਸੰਗਤ ਵਿੱਚੋਂ ਕਿੰਨਿਆਂ ਨੂੰ ਤਾਰ ਕੇ ਲੈ ਜਾਂਦੀ ਆ। ਸਤਿਨਾਮ। ਕਹਿੰਦੇ ਆ ਨਾ ਵੀ ਸਤਸੰਗ ਕਰਿਆ ਤੋਂ ਤਰ ਜਾਈਦਾ, ਫਿਰਦਾ ਤਰਦਾ ਹੀ ਏਦਾਂ ਏ। ਜਿੱਦਣ ਨੀਵਾਂ ਹੋ ਜੇ ਫਿਰ ਉਜਲਾ ਪਾਣੀ ਗੁਰੂ ਦੇ ਨਾਮ ਦਾ, ਗੁਰੂ ਦੇ ਪ੍ਰੇਮ ਦਾ ਹਿਰਦੇ ਵਿੱਚੋਂ ਲੰਘਦਾ ਹੈ। ਤੇ ਕਹਿੰਦੇ ਫਿਰ ਉਹ ਸੰਗਤ ਵੀ ਇੱਕ ਦਿਨ ਗੁਰੂ ਬਣ ਜਾਂਦੀ ਹੈ, ਗੁਰੂ ਦਾ ਸਰੂਪ ਹੁੰਦੀ ਹੈ। ਭ੍ਰਮ ਅਗਿਆਨ ਅਧਿਕ ਦ੍ਰਿੜ ਕੂਲਾ, ਨਹਿ ਨਿਕੰਦਨ ਕੋ ਅਨਕੂਲਾ। ਨਦੀ ਹੋਵੇ, ਦਰਿਆ ਹੋਵੇ, ਨਹਿਰ ਹੋਵੇ, ਹਮੇਸ਼ਾ ਆਪਣੇ ਕੰਢਿਆਂ ਨੂੰ ਤੋੜਦੀ ਹੈ। ਆਪਣੇ ਕੰਢੇ ਤੋੜ ਦਿੰਦਾ ਦਰਿਆ। ਕਹਿੰਦੇ ਫਿਰ ਗੁਰੂ ਰੂਪ ਨਦੀ ਕਿਹੜੇ ਕੰਢੇ ਤੋੜਦੀ ਹੈ? ਕਹਿੰਦੇ ਵਹਿਮ, ਅਹੰ ਤੇ ਭਰਮ। ਗੁਰੂ ਕੀ ਸੰਗਤ, ਗੁਰੂ ਦੀ ਭਗਤੀ ਰੂਪ ਨਦੀ ਇਹ ਕੰਢਿਆਂ ਨੂੰ ਤੋੜਦੀ ਜਾਂਦੀ ਹੈ। ਸੰਗਤ ਕਰਨ ਵਾਲੇ ਵਿੱਚ ਹੰਕਾਰ ਨਹੀਂ ਰਹਿੰਦਾ, ਸੰਗਤ ਕਰਨ ਵਾਲੇ ਵਿੱਚ ਭਰਮ ਅਗਿਆਨ ਨਹੀਂ ਰਹਿੰਦਾ। ਉਹ ਅੰਧਲਾ ਥੋੜੀ ਹੁੰਦਾ। ਜਿਹਨੇ ਅਸਲ ਸੰਗਤ ਗੁਰੂ ਨਾਨਕ ਦੇ ਘਰ ਦੀ ਕਰ ਲਈ, ਉਹ ਕਿਸੇ ਪਖੰਡੀ ਨੂੰ ਮੱਥਾ ਟੇਕ ਲੂ, ਬੁੱਤ ਨੂੰ ਮੱਥਾ ਟੇਕੂਗਾ ਤੇ ਨਹੀਂ। ਉਹ ਕਹਿੰਦਾ ਮੈਂ ਮਰ ਜਾਣਾ, ਪਰ ਨਹੀਂ, ਮੈਂ ਸੁਣਿਆ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਮੇਰਾ ਸਤਿਗੁਰ ਕੋਈ ਨਹੀਂ। ਲੱਖ ਕੋਈ ਧਰਤੀ ਤੇ ਆ ਜਾਏ, ਕਿੱਡੀ ਵੱਡੀ ਕਮਾਈ, ਉਹਨੂੰ ਮੁਬਾਰਕ। ਯਾਰ ਸਾਨੂੰ ਕਿਸੇ ਦੀ ਕਮਾਈ ਦਾ ਕੀ ਹੈ? ਸਾਨੂੰ ਤੇ ਸਾਡੇ ਸਤਿਗੁਰ ਨੇ ਸਿਖਾਇਆ ਸ਼ਬਦ ਗੁਰੂ ਤੋਂ ਬਗੈਰ ਸਿੱਖਾ ਤੇਰਾ ਸਿਰ ਨਹੀਂ ਝੁਕਣਾ ਚਾਹੀਦਾ। ਬਸ ਮੈਂ ਇੰਨੇ ਜਾਣਦਾ। ਕੌਣ ਵੱਡਾ ਕੌਣ ਛੋਟਾ ਮੈਂ ਇਸ ਲੜਾਈ 'ਚ ਨਹੀਂ ਪੈਣਾ। ਕੌਣ ਚੰਗਾ ਕੌਣ ਮਾੜਾ ਸੀ ਕੀ ਲੈਣਾ? ਸਾਡਾ ਸਤਿਗੁਰ ਕਹਿੰਦਾ ਸਿੱਖਾ ਤੇਰਾ ਗੁਰੂ ਪਰਮਾਤਮਾ ਹੈ, ਤੇਰਾ ਸਤਿਗੁਰੂ ਅਕਾਲ ਪੁਰਖ ਹੈ, ਉਹਦੇ ਬਿਨਾਂ ਤੇਰਾ ਕੋਈ ਸਹਾਰਾ ਨਹੀਂ। ਜਿਵੇਂ ਨਦੀ ਆਪਣੇ ਕੰਢਿਆਂ ਨੂੰ ਤੋੜਦੀ, ਕਹਿੰਦੇ ਸਤਸੰਗ ਦੀ ਇਹ ਨਦੀ, ਗੁਰੂ ਦੀ ਨਦੀ ਵਹਿਮ, ਭਰਮ, ਹੰਕਾਰ ਦੇ ਕੰਢਿਆਂ ਕਿਨਾਰਿਆਂ ਨੂੰ ਤੋੜ ਦਿੰਦੀ ਹੈ। ਹਰੇ ਬਿਟਪ ਕਲ ਮਲ ਕਲ ਕਾਲਾ, ਮੂਲ ਉਖਾਰੇ ਬੇਗ ਬਿਸਾਲਾ। ਪਰ ਹਰ ਨਦੀ ਦਰਿਆ ਦੇ ਕੰਢੇ ਰੁੱਖ ਹੁੰਦੇ ਆ। ਪਰ ਨਦੀ ਦਾ ਸੁਭਾਅ ਹੈ ਜਿੱਦਣ ਉਹ ਛੱਲਾਂ ਮਾਰਦੀ ਉਹ ਕਿਸੇ ਦਰਖਤ ਨੂੰ ਨਹੀਂ ਬਖਸ਼ਦੀ, ਭਾਵੇਂ ਉਹ ਪਿੱਪਲ ਤੇ ਬੋੜ ਕਿਉਂ ਨਾ ਹੋਵੇ। ਨਦੀ ਕਿਨਾਰੇ ਰੁੱਖੜਾ ਕਿਚਰਕ ਬੰਨੈ ਧੀਰ, ਬਾਣੀ ਲਿਖਦੀ ਹੈ ਨਾ। ਕਹਿੰਦੇ ਨਦੀ ਦੇ ਕਿਨਾਰੇ ਰੁੱਖ ਲੱਗਾ ਹੋਇਆ, ਉਹ ਵਿਚਾਰੇ ਦਾ ਕਾਹਦਾ ਧੀਰਜ ਹੈ? ਅੱਜ ਉਹ ਹਰਾ ਭਰਾ ਹੈ, ਕੱਲ ਹੋ ਸਕਦਾ ਜੜਾਂ ਦੇ ਸਮੇਤ ਹੀ ਰੁੜ ਕੇ ਲੈ ਜਾਏ। ਕਿੱਡੇ ਕਿੱਡੇ ਦਰਖਤ ਪਹਾੜਾਂ ਦੇ ਵਿੱਚੋਂ, ਨਦੀਆਂ ਨਾਲਿਆਂ ਦਰਿਆਵਾਂ ਵਿੱਚ ਰੁੜ ਕੇ ਆਉਂਦੇ ਆ। ਕਹਿੰਦੇ ਕਲਯੁਗ ਦੇ ਸਮੇਂ ਦਾ ਬੋੜ ਤੇ ਛੋਟੇ ਵੱਡੇ ਜਿੰਨੇ ਪਾਪਾਂ ਦੇ ਰੁੱਖ ਨੇ ਨਾ, ਗੁਰੂ ਨਾਨਕ ਸਾਹਿਬ ਨਦੀ ਭਗਤੀ ਦਾ ਰੂਪ ਹੋ ਕੇ ਜਦੋਂ ਪ੍ਰੇਮ ਦੀਆਂ ਛੱਲਾਂ ਮਾਰ ਕੇ ਸਤਸੰਗ ਦੇ ਨੀਵੇਂ ਰਾਹ 'ਚ ਲੰਘਦੀ ਹੋਈ, ਇਹਨਾਂ ਮਨਾਂ ਵਿੱਚੋਂ ਤਰੰਗਾਂ ਸਿਫਤ ਦੀਆਂ ਲੰਘਦੀਆਂ ਨੇ। ਕਹਿੰਦੇ ਪਾਪ ਦੇ ਰੁੱਖ ਦਰਖਤ ਤੇ ਜੜਾਂ ਨੂੰ ਉਖਾੜ ਕੇ ਲੈ ਜਾਂਦੀ ਆ। ਸਤਿਨਾਮ। ਸੰਗਤ ਵਿੱਚ ਬੈਠਿਆਂ ਤੋਂ ਐਬ ਕੱਢੇ ਜਾਂਦੇ ਆ, ਔਗਣ ਖਤਮ ਹੋ ਜਾਂਦੇ ਆ, ਵੱਡੇ ਵੱਡੇ ਪਾਪੀ ਤਰ ਜਾਂਦੇ ਨੇ। ਇੱਥੇ ਬੜੇ ਪਿਆਰ ਵਿੱਚ ਉਹਨਾਂ ਲਿਖਿਆ ਕਿ ਜੇ ਸਤਿਗੁਰਾਂ ਦੀ ਇਹ ਨਦੀ ਹੈ ਨਾ, ਜਿਹੜੀ ਪ੍ਰੇਮ ਦੀ ਤੇ ਭਗਤੀ ਦੀ, ਇਹਨੇ ਵੱਡੇ ਵੱਡੇ ਪਾਪ ਦੇ ਬ੍ਰਿਸ਼ਾਂ ਤੇ ਰੁੱਖਾਂ ਨੂੰ ਜੜਾਂ ਤੇ ਉਖਾੜ ਦਿੱਤਾ ਏ। ਸਤਿਗੁਰ ਸਿੱਖ ਜਲ ਜੰਤ ਅਪਾਰਾ, ਵਿਛਰੈ ਨਹੀਂ ਲੀਨ ਸੁਖ ਪਾਰਾ। ਹੁਣ ਸਤਿਗੁਰਾਂ ਦੇ ਸਿੱਖ ਨੇ ਜਿਹੜੇ, ਉਹ ਇਸ ਨਦੀ ਦੇ ਜਲ ਜੰਤੂ ਨੇ। ਇੱਕ ਪ੍ਰਮਾਣ ਦਿੱਤਾ ਉਹਨਾਂ ਨੇ, ਕਹਿੰਦੇ ਨਦੀ ਕਿਹਦੇ ਨਾਲ ਸੋਭਦੀ ਆ? ਮੱਛ, ਛੋਟੀ ਛੋਟੀਆਂ ਮੱਛੀਆਂ, ਸੱਪ, ਕਿੰਨੇ ਪਾਣੀ ਦੇ ਕੇਕੜੇ, ਕਿੰਨੇ ਪਾਣੀ ਦੇ ਜੀਵ ਨੇ। ਪਰ ਨਦੀ ਕਦੇ ਆਪਣੇ ਜੀਵਾਂ ਨੂੰ ਛੱਡ ਕੇ ਨਹੀਂ ਜਾਂਦੀ। ਕੋਈ ਜੀਵ ਹੋਵੇ ਉਹਨੂੰ ਵੀ ਛਾਲ ਮਾਰ ਕੇ ਲੈ ਜਾਂਦੀ ਹੈ। ਤੇ ਗੁਰੂ ਸਮੁੰਦ ਸਿੱਖੀ ਹੋ ਸਕੀ। ਹੁਣ ਗੁਰੂ ਸਮੁੰਦਰ ਦੇ ਵਿੱਚ ਜਦੋਂ ਜਾ ਕੇ ਨਦੀ ਨੇ ਡਿੱਗਣਾ, ਜਿੰਨੇ ਜੀਵ ਜੰਤੂ ਸਿੱਖ ਨੇ ਸਭ ਨੂੰ ਨਾਲ ਲੈ ਜਾਣਾ। ਉਹ ਸੱਚਖੰਡ ਸਮੁੰਦਰ ਹੈ। ਇਸ ਵਿਸ਼ਾਲ ਨਦੀ ਨੇ ਸਭ ਨੂੰ ਲੈ ਜਾਣਾ। ਨਦੀ ਦਾ ਇੱਕ ਗੁਣ ਹੁੰਦਾ ਹੈ, ਕੋਈ ਨਦੀ ਭਰ ਕੇ ਆਵੇ, ਦਰਿਆ ਦੇ ਪਾਣੀ ਨਾਲ ਆਵੇ, ਜਿੰਨਾ ਉਹਦੇ ਵਿੱਚ ਕਚਰਾ ਕਵਾੜ ਆਵੇ ਸਭ ਨੂੰ ਰੋੜ ਕੇ ਹੜਾ ਕੇ ਲੈ ਜਾਂਦੀ ਹੈ। ਕਹਿੰਦੇ ਗੁਰੂ ਪਿਆਰੇ ਨੇ ਆਪਣੇ ਸਿੱਖਾਂ ਨੂੰ ਆਪਣਾ ਰੂਪ ਬਣਾਇਆ ਤੇ ਸਿੱਖ ਰੂਪ ਹੋ ਕੇ ਮੱਛੀਆਂ ਬਣ ਕੇ ਇਸ ਪਾਣੀ ਨਦੀ 'ਚ ਆਨੰਦ ਲੈ ਰਹੀਆਂ ਨੇ। ਕਿਉਂਕਿ ਜਿੰਨੀਆਂ ਮੱਛੀਆਂ ਨੇ ਉਹ ਨਦੀਆਂ 'ਚ ਰਹਿੰਦੀਆਂ ਨੇ, ਦਰਿਆਵਾਂ 'ਚ ਰਹਿੰਦੀਆਂ, ਸਮੁੰਦਰਾਂ ਤਲਾਵਾਂ 'ਚ ਰਹਿੰਦੀਆਂ ਨੇ। ਚੱਲਦੇ ਪਾਣੀ ਦੇ ਜੀਵ ਕਿੰਨੇ ਖੁਸ਼ ਨੇ, ਖੜੇ ਪਾਣੀ ਵਾਲੇ ਇੰਨੇ ਖੁਸ਼ ਨਹੀਂ ਨੇ। ਕਹਿੰਦੇ ਗੁਰੂ ਦੇ ਅੰਦਰ ਨਿਮਰਤਾ ਦਾ ਪਾਣੀ ਚੱਲਦਾ ਤੇ ਸਿੱਖਾਂ ਵਿੱਚ ਵੀ ਚੱਲਦਾ ਹੈ। ਤੇ ਉਹ ਸਿੱਖ ਇਸ ਭਗਤੀ ਦੀ ਨਦੀ ਦੇ ਵਿੱਚ, ਸਤਸੰਗ ਦੇ ਵਿੱਚ
ਬੈਠ ਬੈਠ ਕੇ ਪ੍ਰੇਮ ਦੀਆਂ ਤਾਰੀਆਂ ਲਾਉਂਦੇ ਨੇ। ਦੋਹਰਾ ਪ੍ਰੇਮ ਬੇਗ ਪਰਵਾਹਿਤ ਹੈ, ਮਾਇਆ ਕਾਈ ਹੀਨ, ਚਰਨ ਕਮਲ ਕੋ ਧਿਆਨ ਜੋ, ਸੀਤਲਤਾ ਸੁਖ ਲੀਨ। ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ, ਖੜੇ ਪਾਣੀ ਵਿੱਚ ਖੂਹ ਦਾ ਪਾਣੀ ਖੜਿਆ ਹੋਵੇ, ਸਰੋਵਰ ਦਾ ਹੋਵੇ, ਤਲਾਬ ਦਾ ਹੋਵੇ, ਕਾਈ ਜੰਮ ਜਾਂਦੀ ਹੈ। ਹਰਿਆਵਲ ਚਿਕਨਾਹਟ, ਕਦੇ ਚੱਲਦੀਆਂ ਨਦੀਆਂ ਦੇ ਵਿੱਚ ਦਰਿਆਵਾਂ 'ਚ ਕਾਈ ਜੰਮਦੀ ਹੈ? ਨਹੀਂ। ਕਹਿੰਦੇ ਲੱਗੀ ਹੋਈ ਕਾਈ ਨੂੰ ਹਟਾ ਦਿੰਦੀ ਕਾਈ ਕਿਹੜੀ ਹੈ? ਹਰਿਆਵਲ ਕਿਹੜੀ ਹੈ? ਕਹਿੰਦੇ ਪਾਪ ਤੇ ਮਾਇਆ ਮਨਾਂ ਨੂੰ ਲੱਗੀ ਕਾਈ ਹੈ। ਲੱਖ ਧਰਮੀ ਬਣ ਜੋ ਦੁਨਿਆਵੀ ਤੌਰ ਤੇ, ਅੰਦਰੋਂ ਪਾਪ ਨਹੀਂ ਆਉਂਦਾ। ਜਿੱਦਣ ਗੁਰੂ ਦੇ ਪ੍ਰੇਮ ਦੀ ਛੱਲ ਵੱਜ ਗਈ ਨਾ, ਫਿਰ ਮਨ ਕਹਿੰਦਾ ਰਹਿਣ ਦੇ ਮਨਾ, ਪਹਿਲੇ ਪਤਾ ਨਹੀਂ ਕਿੰਨੇ ਕੁ ਪਾਪ ਕੀਤੇ, ਇਸ ਜਨਮ 'ਚ ਦੁੱਖ ਭੋਗਦਾ ਫਿਰਦਾ, ਹੋਰ ਨਾ ਕਰ, ਅੱਗੋਂ ਸੰਭਲ ਕੇ ਚੱਲ, ਲੇਖਾ ਦੇਣ ਵਾਸਤੇ ਤੈਨੂੰ ਫੇਰ ਆਉਣਾ ਪੈਣਾ ਹੈ। ਪਤਾ ਨਹੀਂ ਕਿਹੜੇ ਰੂਪ ਵਿੱਚ, ਕਿਹੜੀ ਥਾਂ ਤੇ। ਜ਼ਰੂਰੀ ਥੋੜਾ ਵੀ ਅਗਲੀ ਵਾਰ ਜੰਮਣਾ ਤੇ ਬੰਦੇ ਹੋ ਕੇ ਜੰਮਣਾ ਤੇ ਪੰਜਾਬ 'ਚ ਹੀ ਜੰਮਣਾ, ਕੀ ਪਤਾ ਕਿਹੜੀ ਥਾਂ ਤੇ ਸੁੱਟਦੇ ਜਾ ਕੇ ਚਾਈਨਾ ਚੂਨਾ 'ਚ। ਹੋ ਸਕਦਾ ਹੈ ਜਾਨਵਰ ਬਣਾ ਕੇ ਸੁੱਟੇ, ਪਸ਼ੂ ਬਣਾ ਕੇ ਸੁੱਟਦੇ, ਉਹਦੀ ਰਜਾ ਨਾ। ਇਹ ਥੋੜਾ ਲਿਖਿਆ ਵੀ ਭਾਰਤ ਦੇ ਲੋਕ ਭਾਰਤ 'ਚ ਹੀ ਜੰਮਣਗੇ। ਕਿਹੋ ਜਿਹੇ ਲੋਕਾਂ ਦੇ ਘਰੇ ਆ ਜਾਈਏ ਨਾਸਤਕਾਂ ਦੇ, ਹੋ ਸਕਦਾ ਹੈ ਕਿਸੇ ਰੂਪ 'ਚ ਆ ਜਾਈਏ, ਭੂਤ ਪ੍ਰੇਤ ਬਣ ਕੇ ਫਿਰੀਏ। ਨਾ ਕੋਈ ਦੇਸ਼ ਹੈ, ਨਾ ਕੋਈ ਸੀਮਾ ਹੈ, ਨਾ ਕੋਈ ਥਾਂ ਹੈ, ਨਾ ਕੋਈ ਟਿਕਾਣਾ ਹੈ, ਪਰ ਭਗਤੀ ਵਾਲੇ ਜੀਵਨ ਮੁਕਤ ਹੋ ਜਾਂਦੇ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ। ਕਹਿੰਦੇ ਜਦੋਂ ਮਾਇਆ ਦੀ ਕਾਈ ਜਿਹੜੀ ਮਨ ਨੂੰ ਲੱਗੀ ਨਾ, ਕਾਈ ਕਾਲਖ ਬਣ ਜਾਂਦੀ, ਹੌਲੀ ਹੌਲੀ ਪਾਣੀ ਖੜਾ ਰਵੇ ਨਾ, ਪਹਿਲਾਂ ਹਰਾ ਜਾ ਹੋ ਜਾਂਦਾ ਹੈ ਸਾਈਡਾਂ ਤੋਂ, ਫਿਰ ਉਹ ਗੰਦਲਾ ਪਾਣੀ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਖੂਹਾਂ ਦੀਆਂ ਤੁਸੀਂ ਕਦੇ ਜਾ ਕੇ ਨਾ ਥਾਵਾਂ ਵੇਖਿਓ ਕਿਨਾਰੇ, ਪਾਣੀ ਖੜਨ ਕਰਕੇ ਉਹ ਤੁਹਾਨੂੰ ਕਾਲਾ ਲੱਗੂ, ਕਿਉਂਕਿ ਕਾਈ ਕਾਲੀ ਹੋ ਚੁੱਕੀ ਹੈ, ਕੜ ਚੁੱਕੀ ਹੈ, ਚਿਕਨਾਹਟ ਬਣ ਗਈ ਹੈ। ਕਹਿੰਦੇ ਐਸੀ ਕਾਈ ਦੀ ਚਿਕਨਾਹਟ ਜਦੋਂ ਪ੍ਰੇਮ ਦੀਆਂ ਛੱਲਾਂ ਇਸ ਨਦੀ ਦਰਿਆ ਵਿੱਚ ਵੱਜਦੀਆਂ ਨੇ, ਸਿੱਖ ਦਾ ਮਨ ਪਵਿੱਤਰ ਕਰ ਦਿੰਦੀਆਂ ਨੇ। ਚੋਪਈ ਸਹਿਜ ਸਰੂਪ ਸਿੰਧ ਸਮਹਾਈ, ਮਿਲੀ ਜਾਏ ਇਸ ਥਿਰਤਾ ਪਾਈ। ਜਦੋਂ ਇਹ ਨਦੀ ਭਗਤੀ ਦੀ ਕਹਿੰਦੇ ਸਮੁੰਦਰ ਵਿੱਚ ਜਾ ਸਮਾਉਂਦੀ ਹੈ, ਪਾਪ ਬ੍ਰਹਮ ਸਰੂਪ ਗੁਰੂ ਦਾ ਸਿੱਖ ਹੋ ਜਾਂਦਾ ਹੈ। ਕਹਿੰਦੇ ਫਿਰ ਨਦੀ ਦਾ ਰੂਪ ਨਹੀਂ ਰਹਿੰਦਾ। ਗੁਰੂ ਦਾ ਰੂਪ ਕੀ ਹੈ? ਪਰਮੇਸ਼ਰ। ਨਦੀ ਤੋਂ ਦਰਿਆ, ਦਰਿਆ ਤੋਂ ਸਮੁੰਦਰ ਬਣ ਗਿਆ। ਸਮੁੰਦਰ ਵਿਸ਼ਾਲ ਹੈ। ਨਦੀ ਜਿਹੜੀ ਮਰਜ਼ੀ ਸਮੁੰਦਰ 'ਚ ਜਾ ਕੇ ਡਿੱਗੇ, ਉਹਦਾ ਮਾਣ ਥੋੜੀ ਹੈ ਵੀ ਇਹ ਪਾਣੀ ਗੰਗਾ ਦਾ, ਇਹ ਜਮਨਾ ਦਾ, ਗੋਦਾਵਰੀ ਦਾ, ਸਰਸਵਤੀ ਦਾ, ਫਲਾਣੀ ਦਾ। ਨਹੀਂ, ਕਹਿੰਦੇ ਸਮੁੰਦਰ ਦਾ ਪਾਣੀ ਹੈ, ਇਹ ਸਿਰਫ ਪਾਣੀ ਹੈ। ਇੱਕ ਦਿਨ ਸਿੱਖ ਗੁਰੂ ਦਾ ਰੂਪ ਹੋ ਕੇ ਪਰਮਾਤਮਾ ਦਾ ਰੂਪ ਹੋ ਜਾਂਦਾ, ਫਿਰ ਸਿੱਖ ਨਹੀਂ, ਫਿਰ ਉਹ ਕੁਦਰਤ ਦੀ ਕਾਇਨਾਤ ਬਣ ਜਾਂਦਾ ਹੈ, ਬ੍ਰਹਮ ਦਾ ਸਰੂਪ ਬਣ ਜਾਂਦਾ ਹੈ। ਕਹਿੰਦੇ ਫਿਰ ਗੁਰੂ ਰੂਪ ਨਦੀ ਸਮੁੰਦਰ ਵਿੱਚ ਜਾ ਟਿਕਦੀ, ਉਹ ਸੱਚਖੰਡ ਦਾ ਸਰੂਪ ਹੈ। ਉੱਥੇ ਜਾ ਕੇ ਸਿੱਖ ਜੀਵਨ ਮੁਕਤ ਹੋ ਜਾਂਦਾ ਹੈ। ਜੀਵਨ ਦੀ ਭਗਤੀ ਜੀਵਨ ਨੂੰ ਉੱਚਾ ਚੁੱਕਦੀ ਹੈ। ਜਨਮ ਮਰਨ ਕੇ ਬੋਹਰ ਨ ਫੇਰ, ਹਵੇ ਅਡੋਲ ਸੁਖ ਭਇਓ ਕਨੇਰਾ। ਜੀਵਨ ਅਡੋਲ ਹੋ ਜਾਂਦਾ ਹੈ, ਜੰਮਣ ਮਰਨ ਦਾ ਦੁੱਖ ਖਤਮ ਹੋ ਜਾਂਦਾ ਹੈ। ਗੁਰੂ ਆਪਣੇ ਸਿੱਖ ਨੂੰ ਮੁਕਤ ਕਰ ਦਿੰਦੇ ਆ। ਭਾਈ ਸੰਤੋਖ ਸਿੰਘ ਬੜੇ ਪ੍ਰੇਮ ਵਿੱਚ ਲਿਖ ਰਹੇ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ, ਤੇ ਉਦੋਂ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਭਾਈ ਬਾਲਾ ਜੀ ਸੁਣਾ ਰਹੇ ਆ। ਕਹਿੰਦੇ ਅੱਜ ਮੇਰੇ ਉਹ ਸਤਿਗੁਰੂ ਨਦੀ ਬਣ ਕੇ ਚੱਲੇ ਨੇ ਦੁਨੀਆ ਨੂੰ ਤਾਰਨ ਵਾਸਤੇ। ਕਾਲ ਕਾਮ ਕੋ ਡਰਨ ਜਿਹਵਾ, ਸਰਿਤਾ ਸੰਗ ਪਹੁੰਚੇਗੇ ਤ੍ਰਿਹਵਾ। ਜਿਵੇਂ ਹੁਣ ਸੰਸਾਰੀ ਲੋਕ ਕਈ ਵਾਰ ਜੰਗਲਾਂ 'ਚ ਭਟਕ ਜਾਂਦੇ ਆ, ਅੱਜ ਵੀ ਭਾਵੇਂ ਐਮਾਜ਼ੋਨ ਦੇ ਜੰਗਲ ਨੇ, ਪਨਾਮਾ ਦੇ ਜੰਗਲ, ਪਰ ਜਦੋਂ ਕੋਈ ਮਨੁੱਖ ਭਟਕਿਆ ਨਦੀ ਦੇ ਕਿਨਾਰੇ ਆ ਜੇ, ਉਹਨੂੰ ਇਹ ਲੱਗਦਾ ਹੈ ਸ਼ਾਇਦ ਜ਼ਿੰਦਗੀ ਬਚ ਜਾਏਗੀ। ਨਦੀ ਚੱਲਦੀ ਕਿਤੇ ਨਾ ਕਿਤੇ ਕੋਈ ਬਸਤੀ ਹੋਏਗੀ, ਕੋਈ ਵਸਦਾ ਹੋਏਗਾ, ਕੋਈ ਮਨੁੱਖ ਮਿਲੇਗਾ, ਬੰਦਾ ਮਿਲ ਜਾਏਗਾ। ਕਹਿੰਦੇ ਜਦੋਂ ਮਨੁੱਖ ਜੀਵਨ ਦੇ ਜੰਗਲਾਂ ਵਿੱਚ ਜੰਮਣ ਮਰਨ ਵਿੱਚ ਭਟਕਦਾ ਨਾ, ਗੁਰੂ ਸਰੂਪ ਨਦੀ ਦੇ ਕਿਨਾਰੇ ਆ ਜਾਂਦਾ ਹੈ, ਉਹਨੂੰ ਇੱਕ ਆਸਰਾ ਮਿਲ ਜਾਂਦਾ ਹੈ, ਇਹ ਨਦੀ ਮੈਨੂੰ ਰੱਬ ਪਰਮਾਤਮਾ ਨਾਲ ਮਿਲਾ ਕੇ ਤਾਰ ਦੇਗੀ। ਆਖੋ ਸਤਿਨਾਮ। ਕਹਿੰਦੇ ਦੁਨੀਆ ਦੇ ਪਾਪ ਕੱਟੇ ਜਾਂਦੇ ਆ। ਪਾਪ ਕਿਹੜੇ ਆ? ਜੰਗਲ ਵਿੱਚ ਘੁੰਮਣਾ ਕੋਈ ਸੁੱਖ ਥੋੜੀ ਹੈ, ਦੁਖੀ ਹੈ ਨਾ। ਆ ਫਿਰ ਜੰਮਣ ਮਰਨ ਦੇ ਜੰਗਲ ਵਿੱਚ ਭਟਕਣਾ, ਆ ਮੇਰਾ, ਆ ਤੇਰਾ, ਉਹ ਸਾਡਾ, ਉਹ ਤੁਹਾਡਾ, ਕਿੱਡਾ ਵੱਡਾ ਦੁੱਖ ਦਾ ਘਰ। ਮੈਂ ਕਿਹਾ ਜਿਹੜੀ ਚੀਜ਼ ਮੇਰੀ ਹੋਣੀ ਚਾਹੀਦੀ, ਗਵਾਂਢੀ ਕਹਿੰਦਾ ਮੇਰੀ ਹੋ ਗਈ, ਮੈਂ ਖਰੀਦ ਲਈ, ਦੁੱਖ ਨਹੀਂ ਹੈ। ਜੋ ਅਸੀਂ ਨਹੀਂ ਵੇਚਣਾ ਚਾਹੁੰਦੇ ਸੀ, ਕੋਈ ਕਬਜ਼ਾ ਕਰ ਗਿਆ, ਦੁੱਖ ਨਹੀਂ ਹੈ। ਇਹ ਜੰਗਲਾਂ ਦੇ ਦੁੱਖ ਨੇ।
ਪਰ ਕਹਿੰਦੇ ਜਿਸ ਸਿੱਖ ਨੂੰ ਭਗਤੀ ਦੀ ਨਦੀ ਗੁਰੂ ਨਾਨਕ ਸਾਹਿਬ ਸਰੂਪ ਸਤਿਗੁਰ ਮਿਲ ਗਏ ਨਾ, ਉਹਨੇ ਜਗ ਦੀ ਪਰਵਾਹ ਛੱਡਤੀ। ਕਹਿੰਦਾ ਹੁਣ ਜੀਵਨ ਦਾ ਉਧਾਰ ਹੋਏਗਾ, ਇੱਕ ਕਿਨਾਰੇ ਲਗਾਂਗੇ। ਜਿਨੈ ਸੀ ਸ੍ਰਿਤ ਬਰ ਤਿਆਗੀ, ਮ੍ਰਿਗ ਤ੍ਰਿਸ਼ਨਾ ਜਗ ਭਰ ਮੈਂ ਅਭਾਗੀ। ਇਸ ਪ੍ਰਸੰਗ ਦੀ ਸਮਾਪਤੀ ਕਰਦੇ ਫਰਮਾਉਂਦੇ ਨੇ, ਕਹਿੰਦੇ ਜਿਸ ਬੰਦੇ ਨੇ ਇਸ ਭਗਤੀ ਦੀ ਨਦੀ ਨੂੰ ਛੱਡਿਆ ਨਾ, ਵੀ ਮੈਂ ਇੱਥੇ ਪਾਣੀ ਨਹੀਂ ਪੀਣਾ, ਮੈਂ ਇਹਦੇ ਕਿਨਾਰੇ ਨਹੀਂ ਫਿਰਨਾ, ਕਹਿੰਦੇ ਫਿਰ ਕੀ ਹੋਇਆ? ਰੱਬ ਦਾ ਕੀ ਗਿਆ, ਨਦੀ ਦਾ ਕੀ ਗਿਆ? ਉਹ ਤੇ ਵਹਿ ਰਹੀ ਆਪਣੀ ਰਵਾਨੀ ਦੇ ਵਿੱਚ। ਪਰ ਭਟਕਣ ਵਾਲਾ ਇੱਧਰ ਉੱਧਰ ਫਿਰਦਾ ਮ੍ਰਿਗ ਤ੍ਰਿਸ਼ਨਾ ਵਾਂਗੂ, ਫਿਰ ਪਾਣੀ ਦੇ ਫੁਹਾਰੇ ਤੇ ਝਰਨੇ ਲੱਭਦਾ ਫਿਰਦਾ। ਪਾਣੀ ਵੀ ਮਿਲ ਗਿਆ ਪਰ ਜੰਗਲ ਵਿੱਚ ਭਟਕਦਾ ਫਿਰਦਾ, ਕਿਤੇ ਕਿਨਾਰਾ ਨਹੀਂ ਮਿਲਦਾ, ਟਿਕਾਣਾ ਨਹੀਂ ਮਿਲਦਾ। ਕਹਿੰਦੀ ਉੱਥੇ ਖੱਪ ਖੁੱਪ ਜਾਂਦਾ ਜੀਵਾਂ ਜੰਤੂਆਂ 'ਚ, ਕਿਤੇ ਕੋਈ ਜਾਨਵਰ ਸ਼ਿਕਾਰ ਬਣਾ ਲੈਂਦਾ, ਕੋਈ ਜੀਵ ਡੰਗ ਲੈਂਦਾ ਏ। ਜਦੋਂ ਮਨੁੱਖ ਗੁਰੂ ਤੋਂ ਟੁੱਟ ਜਾਵੇ, ਗੁਰੂ ਤੋਂ ਦੂਰ ਹੋ ਜੇ, ਫਿਰ ਕਹਿੰਦੇ ਇੱਥੇ ਕਾਮ ਦੇ ਸਭ, ਕ੍ਰੋਧ ਦੇ ਵਿੱਚੋਂ ਸਾਰਾ ਵੇਲੇ ਸਤਾਉਂਦੇ ਰਹਿੰਦੇ ਆ, ਘੜੀਸੀ ਫਿਰਦੇ ਆ। ਕਿਤੇ ਮਾਇਆ ਦੀ ਦਲਦਲ ਹੈ ਜੰਗਲ ਦੀ, ਬੰਦਾ ਨਿਕਲ ਨਹੀਂ ਸਕਦਾ। ਪਰ ਜਿਨ੍ਹਾਂ ਨੂੰ ਗੁਰੂ ਪਿਆਰਾ ਮਿਲ ਗਿਆ, ਕਹਿੰਦੇ ਉਹਨਾਂ ਦੇ ਜੀਵਨ ਵਿੱਚ ਇੱਕ ਜਿਉਣ ਦੀ ਜਾਚ ਆ ਗਈ, ਜਗ ਵਿੱਚ ਬੇਪਰਵਾਹ ਹੋ ਗਏ। ਸ੍ਰੀ ਨਾਨਕ ਸ੍ਰਿਤਾ ਬਿਸਤਾਰੇ, ਜਹਾਂ ਤਹਾਂ ਕਸਰੇ ਬਹਿਬਾਰੇ। ਹੁਣ ਸਤਿਗੁਰਾਂ ਨੇ ਇਹ ਨਦੀ ਨੂੰ ਇੱਕ ਸਮੁੰਦਰ ਬਣਾਇਆ। ਸਮੁੰਦਰ ਬਣੇ ਕਿਵੇਂ? ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਕੋਲ ਸਮੁੰਦਰ ਸਰੂਪ ਨੇ। ਨਦੀ ਤੋਂ ਨਦੀ ਜੁੜਦੀ ਰਹੀ, ਨਦੀ ਤੋਂ ਨਦੀ ਜੁੜਦੀ ਰਹੀ, ਦਸਾਂ ਸਰੂਪਾਂ ਵਿੱਚ ਇਕੱਠੇ ਹੋ ਕੇ ਇੱਕ ਬਾਣੀ ਦਾ ਸੋਮਾ, ਇੱਕ ਸਾਗਰ ਮਹਾਰਾਜ ਨੇ ਸਾਨੂੰ ਦੇਤਾ ਸਿੱਖਾ, ਪੜੀ ਚੱਲ ਚੁੱਭੀਆਂ ਲਈ ਚੱਲ ਆਨੰਦ। ਇਹ ਬੜੇ ਪਿਆਰ ਵਿੱਚ ਜਦੋਂ ਇੱਥੇ ਬਚਨ ਆਖੇ ਨਾ, ਗੁਰੂ ਅੰਗਦ ਦੇਵ ਮਹਾਰਾਜ ਚੌਂਕੜਾ ਲਾ ਕੇ ਆਨੰਦ ਲੈ ਰਹੇ ਸੀ, ਕਿਉਂਕਿ ਇਹ ਅਸਲ ਸਰੂਪ ਗੁਰੂ ਨਾਨਕ ਸਾਹਿਬ ਦਾ ਉਹਨਾਂ ਪ੍ਰਗਟ ਕੀਤਾ ਏ। ਵੱਡੇ ਭਾਗ ਤੇ ਪ੍ਰਾਪਤ ਹੋਈ, ਕਬ ਸੰਤੋਖ ਸਿੰਘ ਸਿਮਰੇ ਸੋਈ। ਇਹ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਕਵੀ ਸੰਤੋਖ ਸਿੰਘ ਕਹਿੰਦੇ ਮੇਰੀ ਬਾਰੰਬਾਰ ਬੰਦਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ। ਉਹ ਜਿਨ੍ਹਾਂ ਦੇ ਭਾਗ ਵੱਡੇ, ਉਹ ਗੁਰੂ ਨਾਨਕ ਸਾਹਿਬ ਦੀ ਕਥਾ ਸੁਣ ਸਕਦੇ ਆ, ਗਾ ਸਕਦੇ ਆ। ਸਵਾਦ ਪ੍ਰਸੰਗ ਦੀ ਸਮਾਪਤੀ ਹੈ, ਬੇਸ਼ੱਕ ਲਾਈਟ ਨਾ ਹੋਣ ਕਰਕੇ, ਕਿਉਂਕਿ ਟੈਕਨੀਕਲ ਫਾਲਟ ਹੈ, ਸਮਾਂ ਵੀ ਲੱਗ ਜਾਂਦਾ, ਟਰਾਂਸਫਾਰਮਰ ਠੀਕ ਹੁੰਦੇ ਆ, ਕੋਈ ਵੱਡੀ ਗੱਲ ਨਹੀਂ ਹੈ। ਬੜਾ ਆਨੰਦ ਆਇਆ, ਕਿਉਂਕਿ ਜੇ ਸਾਡਾ ਪੱਖਾ ਚੱਲਦਾ ਹੁੰਦਾ ਨਾ, ਤੇ ਫਿਰ ਸਾਡੇ ਇੱਧਰ ਹਉਮੈ ਰਹਿਣੀ ਦਾ, ਸਾਨੂੰ ਕਿਹੜਾ ਗਰਮੀ ਆਈ ਹੈ। ਪਰ ਇੱਕ ਗੱਲ ਹੈ, ਜਦੋਂ ਸੰਗਤਾਂ ਭਿੱਜੀਆਂ ਤੇ ਭਿੱਜੇ ਅਸੀਂ ਆ, ਉਦੋਂ ਰਸ ਹੋਰ ਹੁੰਦਾ, ਕਿਉਂਕਿ ਬੋਲਦਿਆਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ। ਚਲੋ ਇਹ ਵੀ ਬੜੀ ਵੱਡੀ ਕਿਰਪਾ ਦੀ ਗੱਲ ਹੈ। ਹੁਣ ਅਗਲੇ ਜਿਹੜੇ ਪ੍ਰਸੰਗ ਨੇ, ਉਹਨਾਂ ਦੇ ਵਿੱਚ ਗੁਰੂ ਸਾਹਿਬ ਉਹਨਾਂ ਥਾਵਾਂ ਤੇ ਜਾਣਗੇ ਜਿੱਥੇ ਸੁਣ ਕੇ ਤੁਹਾਡਾ ਮਨ ਵੀ ਕਾਹਲਾ ਪਊ, ਰੱਬਾ ਕਦੀ ਅਸੀਂ ਵੀ ਆਈਏ। ਐਸੀਆਂ ਥਾਵਾਂ ਪ੍ਰਸੰਗ ਦੀ ਆਰੰਭਤਾ ਹੋ ਰਹੀ ਹੈ। ਇਹ ਅੱਜ ਸਮਾਪਤ ਹੋ ਗਿਆ, ਸੋ ਮਿੰਟ ਵੀ 5-7 10 ਹੀ ਰਹਿ ਗਏ ਆ, ਸੋ ਗਰਮੀ ਵੀ ਹੈ। ਸੋ ਆਓ ਸਮਾਪਤੀ ਵੱਲ ਚਲੀਏ। ਜਿਵੇਂ ਜਿਵੇਂ ਗੁਰੂ ਦੇਵ ਕਿਰਪਾ ਕਰਨਗੇ, ਕੱਲ ਦੇ ਦੀਵਾਨਾਂ 'ਚ ਸਾਰਿਆਂ ਨੇ ਆਉਣਾ ਹੈ, ਵੱਧ ਤੋਂ ਵੱਧ ਇਕੱਤਰ ਹੋਣਾ ਹੈ, ਕਿਉਂਕਿ ਇਹ ਉਹ ਕਥਾਵਾਂ ਆਉਣਗੀਆਂ ਜਿਹੜੀਆਂ ਸੁਣੀਆਂ ਵੀ ਨੇ, ਸੁਣੀਆਂ ਹੋਰ ਤਰੀਕੇ ਨਾਲ, ਪਰ ਅਸਲ ਕੀ ਹੈ, ਐਕਚੁਅਲ ਵਿੱਚ ਕੀ ਵਾਪਰਿਆ, ਉਹ ਕਿਹੜੀ ਥਾਂ ਸੀ ਅੱਜ ਜਿਹਦੇ ਬਾਰੇ ਸੁਣਿਆ ਸੀ ਪਰ ਵੇਖੀ ਨਹੀਂ, ਕਦੇ ਸੁਣੀ ਨਹੀਂ ਕਿਸੇ ਦੀ ਥਾਵਾਂ ਕਿੱਥੇ। ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਆਪਾਂ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।